ਸੈਂਟੀਫਿਕ ਯੁੱਗ ਦੇ ਵਿੱਚ ਧਰਮ ਦੀ ਕੀ ਲੋੜ ਕੀ ਹੈ, ਸਾਰੀਆਂ ਗੱਲਾਂ ਤੁਹਾਡੇ ਨਾਲ ਕਰਨੀਆਂ ਨੇ। ਪਹਿਲਾਂ ਤਾਂ ਕਿਉਂਕਿ ਤੁਸੀਂ ਸਿੱਖ ਧਰਮ ਨੂੰ ਦੇ ਨੁਮਾਇੰਦੇ ਦੇ ਤੌਰ 'ਤੇ ਉਹ ਸਿੱਖ ਧਰਮ ਦੀ ਫਿਲਾਸਫੀ ਨੂੰ ਤੁਸੀਂ ਪੜ੍ਹਾਇਆ ਸਾਰੀ ਉਮਰ, ਔਰ ਉਹਦੇ ਵਿੱਚ ਸਾਰਾ ਕੰਮ ਕੀਤਾ ਤੁਸੀਂ ਆਪਣਾ। ਸਿੱਖ ਧਰਮ ਜਿਹੜਾ ਅਸੀਂ ਬੜਾ ਕਹਿੰਦੇ ਹਾਂ ਕਿ ਸਿੱਖ ਧਰਮ ਮਾਡਰਨ ਧਰਮ ਹੈ, ਤੇ ਸਿੱਖ ਧਰਮ ਦੇ ਸਰੋਤ ਕੀ ਆ, ਸਿੱਖ ਧਰਮ ਬਣਿਆ ਕਿਉਂ, ਸਿੱਖ ਧਰਮ ਦੀ ਲੋੜ ਕਿਉਂ ਪਈ, ਉਹਦੇ ਹੋਇਆ ਕਿਉਂ ਤੇ ਕਿੰਨਾ ਹਾਲਾਤਾਂ 'ਚ ਹੋਇਆ। ਪਹਿਲਾਂ ਤਾਂ ਇਹ ਤੁਹਾਡੇ ਕੋਲ ਜਾਣਨਾ ਬੇਸਿਕ ਚੀਜ਼ ਫਿਲਾਸਫੀ ਤੇ ਆਪਾਂ ਫੇਰ ਆਵਾਂਗੇ। ਹਾਂਜੀ, ਬਹੁਤ ਵਧੀਆ ਸਵਾਲ ਕੀਤਾ ਤੁਸੀਂ। ਇਹਦੇ ਬਾਰੇ ਨਾ ਗੁਰੂ ਨਾਨਕ ਸਾਹਿਬ ਨੇ ਵੀ ਆਪਣੀ ਬਾਣੀ ਦੇ ਵਿੱਚ ਵੀ ਉਹਨਾਂ ਨੇ ਦੱਸਿਆ ਹੈ, ਪਰ ਮੈਨੂੰ ਬੜੀ ਵਧੀਆ ਗੱਲ ਲੱਗਦੀ ਹੁੰਦੀ ਹੈ। ਭਾਈ ਗੁਰਦਾਸ ਦੀਆਂ ਜਿਹੜੀਆਂ ਵਾਰਾਂ ਨੇ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਵੀ ਕਿਹਾ ਜਾਂਦਾ ਕਿ ਵੀ ਉਹਨਾਂ ਨੇ ਵਿਆਖਿਆ ਜਿਹੜੀ ਹੈਗੀ ਉਹ ਬਾਣੀ ਦੀ ਕੀਤੀ ਹੋਈ ਸ਼ਬਦ। ਭਾਈ ਗੁਰਦਾਸ ਨੇ ਨਾ ਬਹੁਤ ਹੀ ਜਿਵੇਂ ਆਪਾਂ ਕਹੀਏ ਵੀ ਬੜੇ ਸਿੰਪਲ ਸਿੱਧੇ ਸਾਦੇ ਲਫ਼ਜ਼ਾਂ ਦੇ ਵਿੱਚ ਕੀਤੀ ਹੈ, ਸਾਰੀ ਵਿਆਖਿਆ ਕੀਤੀ ਹੈ ਕਿ ਗੁਰੂ ਨਾਨਕ ਸਾਹਿਬ ਕਿਉਂ ਮਤਲਬ ਸੰਸਾਰ ਤੇ ਕਹਿ ਲਓ ਪਰਮਾਤਮਾ ਨੇ ਉਹਨਾਂ ਨੂੰ ਭੇਜਿਆ ਜਾਂ ਆਏ ਉਹ, ਜਾਂ ਕਿਸ ਤਰ੍ਹਾਂ ਸਿੱਖ ਧਰਮ ਸ਼ੁਰੂ ਹੋਇਆ। ਉਹ ਲੈਂਦੇ ਨੇ ਬੜੀ ਮੈਨੂੰ ਆਪਣੇ ਆਪ ਨੂੰ ਬਹੁਤ ਹੀ ਚੰਗਾ ਲੱਗਦਾ ਹੁੰਦਾ ਇਹ। ਪਹਿਲਾਂ ਤਾਂ ਉਹਨਾਂ ਨੇ ਇੱਕ ਓਂਕਾਰ ਤੋਂ ਕਿਸ ਤਰ੍ਹਾਂ ਸ੍ਰਿਸ਼ਟੀ ਕਿਵੇਂ ਸਾਜੀ ਗਈ ਉਹ ਸਾਰਾ ਕੀਤਾ, ਕਿਉਂਕਿ ਜਿਹੜਾ ਸਿੱਖ ਧਰਮ ਹੈ ਉਹ ਹਿੰਦੁਸਤਾਨ ਦੇ ਵਿੱਚ ਪੈਦਾ ਹੋਇਆ। ਭਾਰਤੀ ਧਰਮ ਦੀ ਜਿਹੜੀ ਬੈਕਗਰਾਊਂਡ ਹੈ ਕੁਦਰਤੀ ਹੈ, ਕਿਉਂਕਿ ਉਸ ਕਲਚਰ ਦੇ ਵਿੱਚ ਜਾਂ ਉਸ ਸੱਭਿਆਚਾਰ ਦੇ ਵਿੱਚ ਪੈਦਾ ਹੋਇਆ, ਉਹ ਸਾਰਾ ਉਹ ਉੱਥੋਂ ਲੈਂਦੇ ਨੇ ਜੀ। ਵੇਦਾਂ ਤੋਂ ਸ਼ੁਰੂ ਕਰਦੇ ਨੇ ਉਹ, ਪਹਿਲਾਂ ਸ੍ਰਿਸ਼ਟੀ ਰਚਨਾ ਸ਼ੁਰੂ ਕਰਦੇ ਨਾ, ਫਿਰ ਉਹ ਕਰਦੇ ਨੇ ਸ਼ੁਰੂ ਕਿ ਅੱਜ ਕੱਲ੍ਹ ਆਪਾਂ ਹਿੰਦੂ ਧਰਮ ਕਹਿੰਦੇ ਹਾਂ, ਇਹ ਬੜਾ ਲੇਟ ਮਤਲਬ ਟਰਮ ਹੈ। ਵੈਸੇ ਪਹਿਲਾਂ ਤਾਂ ਵੈਦਿਕ ਧਰਮ ਹੀ ਕਿਹਾ ਜਾਂਦਾ ਸੀਗਾ, ਹਿੰਦੂ ਧਰਮ ਨਹੀਂ ਸੀ ਕਿਹਾ ਜਾਂਦਾ। ਹੁਣ ਉਹ ਬੜੀ ਵਧੀਆ ਵਿਆਖਿਆ ਕਰਦੇ ਨੇ। ਜਿਹੜੇ ਸਨਾਤਨ ਵੈਦਿਕ ਨੂੰ ਮੰਨਦੇ ਨੇ। ਹਾਂਜੀ ਹਾਂਜੀ, ਈਵਨ ਆਰੀਆ ਸਮਾਜੀ ਵੀ ਵੈਦਿਕ ਨੂੰ ਮੰਨਦੇ ਆ। ਅੱਛਾ ਜੀ। ਹਾਂ, ਇਹ ਜਿਵੇਂ ਜਿਵੇਂ ਡਿਵੈਲਪਮੈਂਟ ਵੀ ਹੋਈ ਆ ਨਾ, ਉਹ ਬਹੁਤ ਸੁੰਦਰ ਲਫ਼ਜ਼ਾਂ ਦੇ ਵਿੱਚ ਉਹਨਾਂ ਨੇ ਬਿਆਨ ਕੀਤਾ ਭਾਈ ਗੁਰਦਾਸ ਨੇ ਵੀ ਪਹਿਲਾਂ ਤਾਂ 4 ਯੁਗਾਂ ਦੀ ਸਥਾਪਨਾ ਕੀਤੀ ਗਈ ਹੈ ਨਾ, ਜਿਹਨੂੰ ਆਪਾਂ ਸਤਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ ਕਹਿੰਦੇ ਆ। ਇਹ ਸਾਰਾ ਇਹ ਵੈਦਿਕ ਥਾਟ ਹੈ। ਤੇ ਫਿਰ ਦੇਖੋ ਭਾਈ ਗੁਰਦਾਸ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਉਹਦੇ ਤੋਂ ਸਾਨੂੰ ਪਤਾ ਲੱਗਦਾ ਵੀ ਜਿਹੜੇ ਪਹਿਲੇ 3 ਯੁੱਗ ਨੇ ਨਾ, ਪਹਿਲਾ ਸਤਯੁਗ ਹੈ ਜਿਹੜਾ, ਉਹਦੇ ਵਿੱਚ ਕੋਈ ਜਾਤ ਪਾਤ ਦੀ ਕੋਈ ਕਿਸੇ ਇਸ ਕਿਸਮ ਦੀ ਵੰਡ ਨਹੀਂ ਸੀਗੀ, ਹੈ ਨਾ। ਤੇ ਉਹ ਬੜਾ ਸੋਹਣਾ ਕਹਿੰਦੇ ਨੇ ਵੀ 4 ਯੁੱਗ ਘਰ ਥਾਪਨਾ, ਸਤਯੁਗ, ਤ੍ਰੇਤਾ, ਦੁਆਪਰ ਸਾਜੇ, ਕਲਯੁਗ ਚੌਥਾ सतयुग कलयुग थाप्या, 4 वर्ण चारों के राजे। 4 वर्ण मनेंगे ना जी, ब्राह्मण खत्री वैश्य ते शूद्र। ब्राह्मण क्षत्रिय वैश्य शूद्र युग युग एको वर्ण विराजे। सतयुग हंस अवतार धर सोम ब्रह्म न दूजा पाजे। हुण जिहड़ा ये सतयुग दा सीगा उहदे विच भी इक्को ब्राह्मणी नूं मतलब मन्निया जांदा है ना, कोई होर द्वैत वाली कोई गल है ही नहीं सी। वो इन्नी सोहनी सतयुग की व्याख्या करते भी कोई ना कोठे मंडप माड़ियां मंदिर कुछ भी बनाउण दी जरूरत नहीं सीगी। कंड मूल खा के साग पिन उन्होंने कहा होया उसनूं, ते उहदे नाल ही गुजारा करते जां लोकी भगती करते। इस तरह फिर आउंदा उस बाद त्रेता नहीं, ਉਹਦੇ ਚ ਉਹਨਾਂ ਨੇ ਵੀ ਸ਼ਾਇਦ ਕਿਹਾ ਕਿ ਸ਼ੂਦਰ ਕੋਈ ਨਹੀਂ ਸੀ, ਊਚ ਨੀਚ ਕੋਈ ਨਹੀਂ। ਹਾਂ, ਊਚ ਨੀਚ ਜਦੋਂ ਉਹ ਕਹਿੰਦੇ 4 ਜਦ ਸਤਯੁਗ ਦੇ ਵਿੱਚ 4 ਵਰਨ ਹੈ ਹੀ ਨਹੀਂ ਸੀ, ਵਰਨ ਹੀ ਨਹੀਂ ਸੀ। ਹਾਂ, ਵਰਨ ਹੀ ਨਹੀਂ ਸੀਗੇ। ਵੈਸੇ ਵੀ ਆਪਾਂ ਜੇ ਰਿਗਵੇਦ ਨੂੰ ਪੜ੍ਹੀਏ ਨਾ, ਰਿਗਵੇਦ ਦੇ ਵਿੱਚ ਇਹ ਜਿਹੜਾ ਪੁਰਸ਼ ਸੂਕਤ ਹੈ ਉਹਦੇ ਵਿੱਚ ਮੰਨਿਆ ਜਾਂਦਾ ਜਿੱਥੋਂ ਜਾਤ ਪਾਤ ਸ਼ੁਰੂ ਹੋਈ ਹੈ ਨਾ, ਵਰਨ ਆਸ਼ਰਮ ਵੰਡ ਹੈ ਜਿਹੜੀ ਸ਼ੁਰੂ ਹੋਈ ਹੈ ਕਿ ਪੁਰਸ਼ ਸੂਕਤ ਹੈ, ਉਹਦੇ ਵਿੱਚ ਕਿਹਾ ਗਿਆ ਵੀ ਉਹ ਜਿਹੜਾ ਵਿਰਾਟ ਪੁਰਸ਼ ਸੀ ਉਹਦੇ ਕੀ ਕਹਿੰਦੇ ਹੁੰਦੇ ਨੇ ਮੂੰਹ ਦੇ ਵਿੱਚੋਂ ਬ੍ਰਾਹਮਣ ਨਿਕਲੇ, ਤੇ ਉਹਦੀਆਂ ਬਾਹਾਂ ਦੇ ਵਿੱਚੋਂ ਕਸ਼ਤਰੀ ਨਿਕਲੇ, ਉਹਦੀਆਂ ਜੰਘਾਂ ਦੇ ਵਿੱਚੋਂ ਵੈਸ਼ ਨਿਕਲੇ, ਤੇ ਪੈਰਾਂ ਦੇ ਵਿੱਚੋਂ ਸ਼ੂਦਰ ਨਿਕਲੇ। ਪਰ ਜਿਹੜੇ ਵਿਦਵਾਨ ਨੇ ਡਾਕਟਰ ਸਾਹਿਬ ਮਨੂ ਸਿਮਰਤੀ ਦਾ ਨਹੀਂ ਹੈ ਬੇਸਿਕਲੀ। ਹਾਂ, ਨਹੀਂ ਉਹੀ ਹੈ ਨਾ, ਇਹ ਮੰਨਿਆ ਵੈਸੇ ਇਹ ਪੁਰਸ਼ ਸੂਕਤ ਹੈ ਜਿਹੜਾ ਇਹ ਰਿਗਵੇਦ ਦੇ ਵਿੱਚ ਐਡ ਕੀਤਾ ਹੋਇਆ। ਵਿਦਵਾਨ ਇਹ ਮੰਨਦੇ ਨੇ ਕਿ ਰਿਗਵੇਦ ਦੇ ਵਿੱਚ ਆਪ ਕੁਛ ਨਹੀਂ ਇਹੋ ਜਿਹਾ ਵੀ ਪੁਰਸ਼ ਸੂਕਤ ਹੈ ਜਿਹੜਾ ਪਿੱਛੋਂ ਕਿਸੇ ਨੇ ਐਡ ਕੀਤਾ ਹੈ ਨਾ, ਕਿਉਂਕਿ ਪਹਿਲਾਂ ਤਾਂ ਜਿਹੜੇ ਮੌਖਿਕ ਪਰੰਪਰਾ ਦੇ ਥਰੂ ਹੀ ਵੇਦ ਚੱਲੇ ਆਉਂਦੇ ਸੀ, ਬਹੁਤ ਲੇਟਰ ਪੀਰੀਅਡ ਦੇ ਵਿੱਚ ਆ ਕੇ ਰਿਟਨ ਫਾਰਮ ਦੇ ਵਿੱਚ ਇਹ ਆਏ ਆ। ਤੇ ਇਹ ਮੰਨਿਆ ਜਾਂਦਾ ਕਿ ਗੁਰੂ ਦੇ ਕੋਲ ਸ਼ਿਸ਼ ਬੈਠ ਕੇ ਉਹਨੂੰ ਸਾਰਾ ਆਪਣਾ ਯਾਦ ਕਰਦਾ ਸੀ ਜਾਂ ਗਿਆਨ ਹਾਸਲ ਕਰਦਾ ਸੀ,
ਤੇ ਫਿਰ ਉਹ ਅੱਗੇ ਤੋਂ ਅੱਗੇ ਤੋਂ ਅੱਗੇ ਬਹੁਤ ਵਿਦਵਾਨ ਇਹ ਕਹਿ ਦਿੰਦੇ ਆ ਕਿ ਜਿਹੜੀ ਵੇਦਾਂ ਦੀ ਰਚਨਾ ਹੋਈ ਆ ਉਹ ਪੰਜਾਬ ਦੀ ਧਰਤੀ ਤੇ ਹੋਈ ਆ, ਤੇ ਜੇ ਉਹ ਰਚਨਾ ਹੋਈ ਨਹੀਂ, ਤੁਸੀਂ ਕਹਿੰਦੇ ਹੋ ਕਿ ਉਹ ਮੌਖਿਕ ਤੌਰ ਤੇ ਆਉਂਦੇ ਸੀਗੇ, ਤੇ ਰਚਨਾ ਦਾ ਫਿਰ ਕੀ ਮਤਲਬ ਲਿਆ ਜਾਵੇ? ਦੇਖੋ ਮੰਨਿਆ ਇਹ ਹੁਣ ਟ੍ਰੈਡੀਸ਼ਨ ਚੱਲ ਪੈਂਦੀਆਂ ਨੇ ਹਾਂ। ਮੰਨਿਆ ਤਾਂ ਇਹ ਜਾਂਦਾ ਕਿ ਜਿਵੇਂ ਜੇ ਆਪਾਂ ਹਿੰਦੂ ਥਾਟ ਨੂੰ ਲਈਏ ਜਾਂ ਵੈਦਿਕ ਥਾਟ ਨੂੰ ਲਈਏ ਕਿ ਜਿਉਂ ਹੀ ਸ੍ਰਿਸ਼ਟੀ ਦੀ ਰਚਨਾ ਹੁੰਦੀ ਹੈ ਤਾਂ ਬ੍ਰਹਮਾ ਨੂੰ ਬ੍ਰਹਮ ਵੱਲੋਂ ਕਹਿ ਲਓ, ਕਰਤਾ ਪੁਰਖ ਕਹਿ ਲਓ, ਉਹਨੂੰ ਜੋ ਵੀ ਆਪਾਂ ਟਰਮ ਦੇਈਏ ਕਿ ਉਹਦੇ ਵੱਲੋਂ ਵੇਦ ਨੇ ਜਿਹੜੇ ਉਹ ਬ੍ਰਹਮਾ ਨੂੰ ਸੌਂਪੇ ਜਾਂਦੇ ਨੇ, ਤੇ ਬ੍ਰਹਮਾ ਨੂੰ ਵੇਦਾਂ ਦਾ ਰਚੈਤਾ ਵੀ ਮੰਨਿਆ ਜਾਂਦਾ। ਤੇ ਇਹ ਵੀ ਹੈ ਹੁਣ ਸਾਡੇ ਫਿਲਾਸਫੀ ਦੇ ਪ੍ਰੋਫੈਸਰ ਐਕਸਪ੍ਰੈਸ ਕਰਦੇ ਹੁੰਦੇ ਸੀਗੇ ਕਿ ਜਦੋਂ ਆਰੀਅਨ ਨੇ ਜਿਹੜੇ ਉਹ ਹਿੰਦੁਸਤਾਨ ਦੀ ਧਰਤੀ ਤੇ ਆਏ, ਪਹਿਲਾਂ ਪੰਜਾਬ 'ਚ ਹੀ ਆਏ ਉਹ ਹੈ ਨਾ, ਪੰਜਾਬ ਦੀ ਧਰਤੀ ਦੇ ਉੱਤੇ ਪੈਰ ਧਰਿਆ, ਤੇ ਵੀ ਉਹ ਠੰਡੇ ਮੁਲਕਾਂ 'ਚੋਂ ਜ਼ਿਆਦਾ ਆਏ ਸੀਗੇ, ਤੇ ਉਹਨਾਂ ਨੇ ਇੱਥੋਂ ਦਾ ਖੁੱਲਾ ਵਾਤਾਵਰਨ, ਖੁੱਲੀਆਂ ਚਰਾਂਦਾਂ, ਖੁੱਲੀ ਸ੍ਰਿਸ਼ਟੀ ਨੂੰ, ਕੁਦਰਤ ਨੂੰ ਕਹਿ ਲਓ ਵੀ ਇੰਨਾ ਉਹਨਾਂ ਨੇ ਮਤਲਬ ਦੇਖਿਆ, ਤੇ ਉਹਨਾਂ ਦੇ ਮੂੰਹੋਂ ਜਿਹੜੇ ਹੈਗੇ ਨੇ ਨਾ ਵੰਡਰ ਦੇ ਵਿੱਚ ਕਹਿ ਲਓ ਜਾਂ ਬਿਸਮਾਤ ਦੇ ਵਿੱਚ ਜਿਹੜੇ ਮੰਤਰ ਨਿਕਲੇ ਉਹ ਵੇਦ ਬਣੇ। ਇਹ ਸਾਡੇ ਇੰਡੀਅਨ ਫਿਲਾਸਫੀ ਦੇ ਪ੍ਰੋਫੈਸਰ ਕਹਿੰਦੇ ਹੁੰਦੇ ਸੀ, ਡਾਕਟਰ ਅਜੀਤ ਕੁਮਾਰ ਸਿਨਹਾ। ਹੈ ਤਾਂ ਇਹ ਇੱਕ ਬੰਦੇ ਦੀ ਨਹੀਂ ਰਚਨਾ ਮੰਨੀ ਜਾਂਦੀ, ਇਹ ਵੀ ਹੈ ਕਿ ਵੱਖ-ਵੱਖ ਰਿਸ਼ੀਆਂ ਦੀਆਂ ਰਚਨਾਵਾਂ ਨੇ, ਹੈ ਨਾ, ਮੰਤਰ ਨੇ ਜਿਹੜੇ ਉਹ ਵੱਖ-ਵੱਖ ਰਿਸ਼ੀਆਂ ਦੇ ਨੇ। ਸੋ ਚਲੋ ਆਪਾਂ ਇਹਨਾਂ ਦੀ ਉਹਦੇ ਵਿੱਚ ਤਾਂ ਨਾ ਪੈਂਦੇ ਹੋਏ, ਪਰ ਜਾਣੀ ਭਾਈ ਗੁਰਦਾਸ ਨੇ ਇਹਨੂੰ ਇੰਨੇ ਵਧੀਆ ਢੰਗ ਦੇ ਨਾਲ ਕੀਤਾ ਵੀ ਜਦੋਂ ਤ੍ਰੇਤਾ ਆ ਗਿਆ ਤੇ ਫਿਰ ਹੈ ਜਿਹੜਾ ਉਹ ਕਹਿ ਦਿੰਦੇ ਨੇ ਵੀ ਧਰਮ ਦਾ ਇੱਕ ਪੈਰ ਖਿਸਕ ਗਿਆ ਸਤਯੁਗ ਨਾਲੋਂ, ਤੇ ਤਿੰਨ ਪੈਰ ਰਹਿ ਗਏ। ਉਹ ਵੀ ਕਹਿੰਦੇ ਨੇ ਵੀ ਤ੍ਰੇਤੇ ਦੇ ਵੈਸੇ ਤ੍ਰੇਤਾ ਦਾ ਮੀਨਿੰਗ ਕੀ ਹੁੰਦਾ ਡਾਕਟਰ ਸਾਹਿਬ? ਇਹ ਯੁਗਾਂ ਦੇ ਨਾਮ ਰੱਖੇ ਹੋਏ ਨਾ ਹੀ ਨਾ, ਹਾਂ ਨਾ ਹੀ ਨੇ। ਪਹਿਲਾ ਸਤਯੁਗ, ਦੂਜਾ ਤ੍ਰੇਤਾ, ਤੀਸਰਾ ਦੁਆਪਰ ਤੇ ਚੌਥਾ ਕਲਯੁਗ ਹੈ। ਨਹੀਂ, ਜਿੱਦਾਂ ਸਤਯੁਗ ਤੇ ਕਲਯੁਗ ਦੀ ਸਮਝ ਪੈਂਦੀ ਮੇਰੇ ਵਰਗੇ ਨੂੰ ਵੀ, ਹਾਂ ਇਹ ਸਤਯੁਗ ਸੱਚਾ ਯੁੱਗ ਹੋਏਗਾ ਤੇ ਕਲਯੁਗ ਝੂਠ ਫਰੇਬ ਦਾ ਯੁੱਗ। ਤ੍ਰੇਤੇ ਦੇ ਵਿੱਚ ਇਹ ਵੀ ਕਹਿ ਸਕਦੇ ਹਾਂ ਉਦਾਂ ਜਿਹੜੀ ਹਿੰਦੂ ਮਾਇਥੋਲੋਜੀ ਹੈ ਨਾ ਉਹਦੇ ਵਿੱਚ ਧਰਮ ਦੇ ਚਾਰ ਪੈਰ ਮੰਨੇ ਜਾਂਦੇ ਨੇ, ਹੈ ਨਾ। ਉਹ ਜਿਵੇਂ ਬਲਦ ਦਾ ਮਿੱਥ ਨਹੀਂ ਸਿਰਜਿਆ ਹੋਇਆ ਹੈਗਾ ਵੀ ਉਹਦੇ ਚਾਰਾਂ ਦੇ ਉੱਤੇ ਖੜੀ ਹੈ ਪ੍ਰਿਥਵੀ ਜਿਹੜੀ ਖੜੀ ਹੈ, ਹਾਂਜੀ। ਤੇ ਤ੍ਰੇਤੇ ਦਾ ਮਤਲਬ ਇਹ ਹੋ ਗਿਆ, ਇਹ ਤ੍ਰੇਤੇ ਦੇ ਵਿੱਚ ਆ ਕੇ ਧਰਮ ਦਾ ਇੱਕ ਪੈਰ ਖਿਸਕ ਜਾਂਦਾ, ਇਹਨੂੰ ਆਪਾਂ ਤ੍ਰੇਤੇ ਨੂੰ ਤਿੰਨ ਦੇ ਉਹਦੇ ਵਿੱਚ ਵੀ ਲੈ ਸਕਦੇ ਹਾਂ, ਹਨਾ। ਤੇ ਦੁਆਪਰ ਯੁੱਗ ਦੇ ਵਿੱਚ ਉਹ ਮੰਨਦੇ ਨੇ ਵੀ ਧਰਮ ਦੇ ਦੋ ਪੈਰ ਖਿਸਕ ਗਏ, ਦੋ ਰਹਿ ਗਏ। ਓਕੇ, ਮੈਨੂੰ ਇਹ ਨਵੀਂ ਚੀਜ਼ ਹੈ, ਮੈਂ ਤਾਂ ਹੀ ਕਲਯੁਗ ਦੇ ਵਿੱਚ ਹੈ ਤਾਂ ਇਹ ਉਹਨਾਂ ਨੇ ਸਮੇਂ ਨੂੰ ਜਾਨੀ ਪੀਰੀਅਡ ਵਾਈਜ਼ ਵੰਡਿਆ ਹੋਇਆ। ਕੀ ਹਿਸਾਬ ਕਿਤਾਬ ਹੋਊਗਾ, ਇਹ ਧਰਮ ਦੇ ਬੇਸਿਸ ਤੇ ਹੀ ਵੰਡਿਆ ਹੋਇਆ ਉਹਨਾਂ ਨੇ। ਜਿਵੇਂ ਉਹ ਸਤਯੁਗ ਦੀ ਹੁਣ ਤ੍ਰੇਤੇ ਦੇ ਵਿੱਚ ਉਹ ਮੰਨਦੇ ਨੇ ਕਿ ਸੂਰਜਵੰਸ਼ੀ ਅਵਤਾਰ ਹੋਇਆ, ਉਹ ਰਾਮਚੰਦਰ ਨੂੰ ਹੈ ਨਾ ਮੰਨਿਆ ਜਾਂਦਾ, ਤ੍ਰੇਤੇ ਯੁੱਗ ਦਾ ਉਹ ਹੈ। ਉੱਥੇ ਆ ਕੇ ਖੱਤਰੀਆਂ ਦਾ ਰਾਜ ਹੋ ਗਿਆ। ਇਸੇ ਤਰ੍ਹਾਂ ਦੁਆਪਰ ਦੇ ਵਿੱਚ ਯਾਦਵ ਵੰਸ਼ ਚੋਂ ਕ੍ਰਿਸ਼ਨ ਪੈਦਾ ਹੋਏ। ਤੇ ਕਲਯੁਗ ਦੇ ਵਿੱਚ ਆ ਕੇ ਜਿਹੜਾ ਉਹ ਇਹ ਜਾਤ ਮਤਲਬ ਵਰਨ ਆਸ਼ਰਮ ਧਰਮ ਇਹ ਇੰਨਾ ਜ਼ਿਆਦਾ ਸਟਰੋਂਗ ਹੋ ਗਿਆ ਕਲਯੁਗ ਦੇ ਵਿੱਚ, ਤੇ ਲੜਾਈਆਂ ਝਗੜੇ ਸਾਰੇ ਇਹਦੇ ਵਿੱਚ ਹੀ ਪੈਦਾ ਹੁੰਦੇ ਨੇ, ਹਾਂ। ਇਹਨੂੰ ਹੁਣ ਜਦੋਂ ਕਲਯੁਗ ਦੀ ਵਿਆਖਿਆ ਕਰਦੇ ਨੇ ਭਾਈ ਗੁਰਦਾਸ, ਉਹ ਕਹਿੰਦੇ ਨੇ ਵੀ ਕਲਯੁਗ ਚੌਥਾ ਥਾਪਿਆ, ਸ਼ੂਦਰ ਬਿਰਤ ਜਗ ਮੈਂ ਵਰਤਾਈ। ਹੁਣ ਸ਼ੂਦਰ ਕੋਈ ਉਹ ਜਾਤ ਨੂੰ ਨਹੀਂ ਮੰਨਦੇ, ਬਿਰਤੀ ਆ ਮਨੁੱਖ ਦੀ, ਹੈ ਨਾ, ਵੀ ਨੀਚ ਬਿਰਤੀ ਹੈ ਜਿਹੜੀ, ਉਹਨੂੰ ਭਾਈ ਗੁਰਦਾਸ ਨੇ ਕਿਹਾ ਵੀ ਸ਼ੂਦਰ। ਬਹੁਤ ਸੋਹਣੀ ਗੱਲ ਹੈ ਜੀ, ਹਾਂ ਬਹੁਤ ਵਧੀਆ ਕਿਹਾ ਉਹਨਾਂ ਨੇ। ਕਲਯੁਗ ਚੌਥਾ ਥਾਪਿਆ, ਸ਼ੂਦਰ ਬਿਰਤ ਜਗ ਮੈਂ ਵਰਤਾਈ, ਕਰਮ ਸੁਰਗ ਜੁਜਰ ਸਿਆਮ ਕੇ ਕਰੇ ਜਗਤ ਰਿਦ ਬਹੁਤ ਸੁਖਚਾਈ, ਤੇ ਮਾਇਆ ਮੋਹੀ ਮੇਦਨੀ ਕਲ ਕਲ ਵਾਲੀ ਸਭ ਭਰਮਾਈ, ਉੱਠੀ ਗਲਾਨੀ ਜਗਤ ਵਿੱਚ ਹਉਮੈ ਅੰਦਰ ਜਲੀ ਲੁਕਾਈ। ਹੁਣ ਇਹਦੇ ਵਿੱਚ ਆ ਕੇ ਕਲਯੁਗ ਦੇ ਵਿੱਚ ਆਪਸੀ ਬੈਰ ਵਿਰੋਧ ਹੈ ਜਿਹੜਾ ਉਹ ਬਹੁਤ ਜ਼ਿਆਦਾ ਪੈਦਾ ਹੋ ਗਿਆ, ਹੈ ਨਾ। ਜਿਹੜੇ ਵਰਨ ਆਸ਼ਰਮ ਤਾਂ ਹੋ ਗਿਆ ਨਾ, ਵਰਨ ਤਾਂ ਹੋ ਗਿਆ ਵੀ ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ, ਹੈ ਨਾ। ਇਸੇ ਤਰ੍ਹਾਂ ਆਸ਼ਰਮ ਵੀ ਜ਼ਿੰਦਗੀ ਦੇ ਚਾਰ ਮੰਨੇ ਗਏ ਨੇ ਹਿੰਦੂ ਧਰਮ ਦੇ ਵਿੱਚ ਜਾਂ ਵੈਦਿਕ ਧਰਮ ਆਪਾਂ ਕਹੀਏ। ਪਹਿਲਾ ਬ੍ਰਹਮਚਾਰੀ ਆਸ਼ਰਮ ਹੈ ਜਿਹਨੂੰ 100 ਸਾਲ ਦੀ ਮਨੁੱਖ ਦੀ ਜਿਹੜੀ ਏਜ ਹੈ ਨਾ ਉਹਨੂੰ ਇਮੈਜਿਨ ਕਰਕੇ ਕਿ 100 ਸਾਲ ਦੀ ਹੁੰਦੀ ਹੈ, 25-25 ਸਾਲ ਦਿੱਤੇ ਹੋਏ ਨੇ ਵੀ ਪਹਿਲੇ 25 ਸਾਲ ਨੇ ਜਿਹੜੇ ਉਹ ਬ੍ਰਹਮਚਾਰੀ ਆਸ਼ਰਮ ਹੈ ਉਹਦੇ ਵਿੱਚ ਘਰ ਤੋਂ ਬਾਹਰ ਆਸ਼ਰਮ ਦੇ ਵਿੱਚ ਰਹਿ ਕੇ ਆਪਣੇ ਆਪਣੇ ਵਰਨ ਦੇ ਮੁਤਾਬਕ ਸਿੱਖਿਆ ਪ੍ਰਾਪਤ ਕਰਨੀ ਹੈ ਨਾ। ਜਿਵੇਂ ਬ੍ਰਾਹਮਣ ਨੇ ਆਪਣਾ ਵੇਦ ਸਿੱਖਣੇ ਨੇ ਜਾਂ ਉਹਨੇ ਗਿਆਨ ਉਹਦਾ ਪ੍ਰਾਪਤ ਕਰਨਾ ਹੈ, ਕਸ਼ਤਰੀ ਨੇ ਕਰਨਾ ਆਪਣੇ ਸ਼ਾਸਤਰ ਵਿਦਿਆ ਲੈਣੀ ਹੈ, ਇਸ ਤਰ੍ਹਾਂ ਦੇ ਨਾਲ ਹੈ। ਸ਼ੂਦਰ ਨੂੰ ਤਾਂ ਖੈਰ ਅਲਾਉਡ ਹੀ ਨਹੀਂ ਹੈ ਨਾ ਕੋਈ ਕਿਸੇ ਵੀ ਕਿਸਮ ਦੀ ਵਿਦਿਆ ਲੈਣੀ। ਹੁਣ ਇਹ ਗਿਲਾਨੀ ਹੈ ਜਿਹੜੀ ਇਹ ਹੈਗੀ ਆ ਆਪਸੀ ਨਫ਼ਰਤ। ਇਹ ਸਿਰਫ ਇਹ ਹੀ ਨਹੀਂ ਹੁਣ ਕਿ
अपना ये जेडे वर्ण ने वो एक दूजे नाल खहंदे ने। उस तो बाद अगली गल आ जाती है कि इन्हां दे भी अगे बहुत बहुत फिरके ने। जे आपां देखीए ना डूंघाई दे विच जाइए, हरेक वेद दे अपने शास्त्र ने अगों उन्हां दे, ते हरेक वेद दे पंडित ने जेडे जां ब्राह्मण हुंदे ने वो भी अलग अलग ने। अच्छा जी, मतलब एक्सपर्ट एक वेद दे हाँ हाँ, जेडे ऋग्वेद दे होर मतलब ब्राह्मण होणगे, दे यजुर्वेद दे होर ने, सामवेद दे होर ने, अथर्ववेद दे होर ने। जेड़ा अथर्ववेद है उहनूं कलयुग दा वेद मन्निया जांदा। ਉਹਦੇ ਵਿੱਚ टूणे टामण जंतर मंतर ਉਹ ਸਾਰਾ ਕੁਝ ਜਿਹੜਾ है ना ਜਿਹਨੂੰ ਆਪਾਂ ਵਰਤਾਰਾ ਕਹੀਏ ਵੀ ਕਲਯੁਗੀ ਵਰਤਾਰਾ, ਉਹ ਸਾਰਾ ਉਹਦੇ ਵਿੱਚ ਹੀ ਹੈ ਆਇਆ ਹੋਇਆ। ਮਤਲਬ ਜਿਹੜਾ ਜੋਤਿਸ਼ ਵਾਲਾ ਸਿਧਾਂਤ ਹੈ ਉਹ ਵੀ ਇਸੇ 'ਚ ਹੀ ਆਉਂਦਾ। ਹਾਂ, ਇਸੇ ਵਿੱਚ ਹੀ ਆਉਂਦੇ ਨੇ ਇਹ ਸਾਰੀਆਂ। ਇਹ ਜਿਹੜੀ ਸ਼ੁਰੂ ਹੁੰਦੀਆਂ ਨੇ ਨਾ, ਮਤਲਬ ਤੁਸੀਂ ਕਹਿ ਲਓ ਵੀ ਗਿਰਾਵਟ ਵਾਲੀਆਂ, ਉਹ ਚੌਥੇ ਉਸ ਵੇਦ ਤੋਂ ਆ ਕੇ ਸ਼ੁਰੂ ਹੁੰਦੀਆਂ। ਸਭ ਜਿਹੜੀ ਇਹ ਹਿੰਦੂ ਫਿਲਾਸਫੀ ਦਾ ਮੁੱਢ ਹੈ, ਜਿੱਦਾਂ ਗੁਰੂ ਆਪਣੇ ਸਾਡੇ ਗੁਰੂ ਸਾਹਿਬ, ਆਪਾਂ ਚਲੋ ਉਸ ਫਿਲਾਸਫੀ ਚੋਂ ਨਿਕਲ ਕੇ ਆਏ ਆ, ਉਸ ਧਰਮ ਚੋਂ ਨਿਕਲ ਕੇ ਫਿਰ ਇੱਕ ਵੱਖਰੀ ਇੱਕ ਵਿਧਾ ਬਣੀ ਆ। ਤੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਭਾਈ ਗੁਰਦਾਸ ਰਾਮ ਨੇ ਉਹਦਾ ਵਰਣਨ ਕਰਦਿਆਂ ਉੱਥੋਂ ਸ਼ੁਰੂਆਤ ਕੀਤੀ ਆ। ਜਿਹੜੇ ਬਾਕੀ ਜਿਹੜੇ ਸਾਮੀ ਧਰਮ ਨੇ ਸਪੋਜ਼ ਜਾਂ ਹੋਰ ਦੁਨੀਆ ਦੇ ਧਰਮ ਨੇ, ਉਹ ਇਹ ਜਿਹੜੀ ਵੰਡ ਆ ਸਮੇਂ ਦੀ, ਜਿਹਨੂੰ ਆਪਾਂ ਸਤਯੁਗ, ਕਲਯੁਗ, ਦੁਆਪਰ, ਤ੍ਰੇਤਾ ਕਹਿੰਦੇ ਆ, ਉਹ ਕਿਸੇ ਧਰਮ 'ਚ ਇਸਲਾਮ ਸਾਮੀ ਧਰਮਾਂ ਦੇ ਵਿੱਚ ਨਹੀਂ ਇਹ ਮਿਲਦੀ। ਉਹਨਾਂ ਦੇ ਵਿੱਚ ਇਹ ਵੰਡ ਨਹੀਂ ਉਹਨਾਂ ਦੇ ਵਿੱਚ ਨਹੀਂ ਮਿਲਦੀ। ਇਹ ਸਾਨੂੰ ਮਤਲਬ ਵੈਦਿਕ ਧਰਮ ਦੇ ਵਿੱਚ ਹੀ ਮਿਲਦੀ ਹੈ ਇਹ ਇਸ ਕਿਸਮ ਦੀ। ਉਹਨਾਂ ਦੀ ਉਹ ਆਦਮ ਹਵਾ ਵਾਲੀ ਕਹਾਣੀ ਸੁਣਦੇ ਆਏ ਆ ਵੀ ਉਹ ਦੁਨੀਆ ਦਾ ਓਰੀਜਨ ਵੀ ਉਹ ਅਲੱਗ ਕਿਸਮ ਨਾਲ ਮੰਨਦੇ ਨੇ। ਤੇ ਉਹਨਾਂ ਦਾ ਸਾਰਾ ਫਿਲਾਸਫੀ ਹੈ ਜਿਹੜੀ ਸਾਮੀ ਧਰਮਾਂ ਦੀ, ਉਹਨਾਂ ਦੀ ਆਪਣੀ ਇੱਕ ਫਿਲਾਸਫੀ ਹੈ। ਹਾਂਜੀ, ਹੈ ਜਿਵੇਂ ਉਹ ਕੀ ਕਹਿੰਦੇ ਹੁੰਦੇ ਨੇ, ਭਾਵੇਂ ਯਹੂਦੀ ਨੇ ਜਾਂ ਹੁਣ ਯਹੂਦੀ ਪਹਿਲਾਂ ਜੁਡਾਇਜ਼ਮ ਪਹਿਲਾਂ ਆਇਆ, ਫਿਰ ਕ੍ਰਿਸਚੀਅਨਿਟੀ ਬਾਅਦ ਇਸਲਾਮ ਆਈ ਹੈ। ਤੁਸੀਂ ਦੇਖੋ ਵੀ ਹਜ਼ਰਤ ਮੁਹੰਮਦ ਜਿਹੜੇ ਉਦੋਂ ਪਹਿਲਾਂ ਪੈਗੰਬਰ ਹੋ ਚੁੱਕੇ ਨੇ, ਉਹਨਾਂ ਨੂੰ ਰੈਕੋਗਨਾਈਜ਼ ਕਰਦੇ ਨੇ ਉਹ, ਹੈ ਨਾ। तो वो अपनी वो लाइन है जी उस मानते हैं। हालांकि उन्होंने भी आप देखते हैं भी किन्नी विरोध है ज्यूज का तो क्रिश्चियंस का, जिन्ना बैर विरोध है तो अगों अपना मतलब इस्लाम के नाल है ना वो सारा चलता है। तो पर वो रिकोगनाइज करते हैं वो, क्योंकि वैसे भी तुसी देखो भी सेंट्रल प्लेस सब दी इक्को ही है सेंट्रल एशिया दे विच, है ना, यरूशलेम दे विच ही तिन्ने धर्म है उत्थे इक्को ही थां दे उत्ते पैदा हुंदे ने। बिल्कुल, मतलब है ना ये बड़ियां ओह कमाल दी गल्लां ने। पर भाई गुरदास दा इह मनना भी जिहड़ी इह चार वर्णां दे विच वंड सी जां इह सारी इहने जिहड़ियां हैगीਆਂ ने ना ਉਹ सारे नफरत का माहौल है ਜਿਹੜਾ ਆਪਾਂ ਹਮੇਸ਼ਾ ਜਦੋਂ ਗੱਲ ਕਰਦੇ ਆ ਤੇ ਇਹ ਕਿਹਾ ਜਾਂਦਾ ਹੈ ਕਿ ਸਿੱਖੀ ਦਾ ਸਿਧਾਂਤ ਜੇ ਸਮਝਣਾ ਤੇ ਗੁਰਬਾਣੀ ਚੋਂ ਸਮਝਿਆ ਜਾ ਸਕਦਾ, ਗੁਰੂ ਗ੍ਰੰਥ ਸਾਹਿਬ ਚੋਂ। ਭਾਈ ਗੁਰਦਾਸ ਹਰਾਂ ਦੀ ਬਾਣੀ ਨੂੰ ਅਸੀਂ ਕੁੰਜੀ ਕਹਿ ਦਿੰਦੇ ਆ। ਉਹਦੀ ਕਿਹਾ ਜਾਂਦਾ ਕਿ ਗੁਰੂ ਸਾਹਿਬਾਂ ਨੇ ਕਿਹਾ ਸੀ ਕਿ ਤੁਹਾਡੀ ਇਹ ਕੁੰਜੀ ਹੈ ਸੌਖੇ ਤੌਰ ਤੇ ਲੋਕਾਂ ਨੂੰ ਸਮਝਾਉਣ ਲਈ। ਤੇ ਫਿਰ ਇੱਥੋਂ ਇਹ ਮੰਨ ਲਿਆ ਜਾਵੇ ਕਿ ਜਿਹੜਾ ਇਹ ਹਿੰਦੂ ਧਰਮ ਦੀ ਜਿਹੜੀ ਬੇਸਿਕ ਫਿਲਾਸਫੀ ਸੀਗੀ ਉਹਦੇ ਤੇ ਮੋਹਰ ਲਾਈ ਗਈ ਆ। ਨਹੀਂ, ਇਹ ਕੰਡੀਸ਼ਨਸ ਦੱਸਦੇ ਨੇ ਬਰਾਬਰ ਸਿੱਖ ਫਿਲਾਸਫਰ ਜਿਹੜੇ ਹੋਏ ਗੁਰਦਾਸ ਜੀ ਪਹਿਲੇ, ਉਹਨਾਂ ਨੇ ਨਹੀਂ ਦੇਖੋ ਆਪਾਂ ਉਹ ਜੋ ਕੁਝ ਉਹਨਾਂ ਦਾ ਹੈ ना ਆਪਾਂ ਉਹਨੂੰ ਨਕਾਰ ਤਾਂ ਨਹੀਂ ਨਾ ਸਕਦੇ। ਹਾਂਜੀ, ਉਹਨੂੰ ਅਸੀਂ ਅਪਣਾਉਂਦੇ ਨਹੀਂ ਪਰ ਉਹਨੂੰ ਨਕਾਰ ਨਹੀਂ ਸਕਦੇ ਕਿਉਂਕਿ ਇਹ ਸਿਧਾਂਤ ਉਹਨਾਂ ਦਾ ਹੈ। ਭਾਈ ਗੁਰਦਾਸ ਉਸ ਸਿਧਾਂਤ ਦੀ ਵਿਆਖਿਆ ਕਰ ਰਹੇ ਨੇ ਵੀ ਨਫ਼ਰਤ ਦਾ ਮਾਹੌਲ ਹੈ ਜਿਹੜਾ ਉਹ ਕਿਉਂ ਪੈਦਾ ਹੋਇਆ ਸੀਗਾ, ਹੈ ਨਾ। ਜਿਵੇਂ ਬਿਨਾਂ ਇਹ ਕਿਹਾ ਕਿ ਕਿਹਨਾਂ ਦਾ ਆ। ਹਾਂ ਹਾਂ ਹਾਂ, ਨਹੀਂ ਉਹ ਦੱਸਦੇ ਨੇ ਨਾ, ਵੇਦਾਂ ਦੀ ਗੱਲ ਕਰਦੇ ਆ ਉਹ, ਹੈ ਨਾ। ਫਿਰ ਕੱਲੀ ਵੇਦਾਂ ਦੀ ਨਹੀਂ ਗੱਲ ਕਰਦੇ, ਜਿਹੜੇ 6 ਸਿਸਟਮ ਨੇ ਇੰਡੀਅਨ ਫਿਲਾਸਫੀ ਦੇ, ਜਾਨੀ ਜਿਹਨੂੰ ਵੈਦਿਕ ਫਿਲਾਸਫੀ ਕਹੀਏ ਆਪਾਂ, ਚਾਹੇ ਉਹਨੂੰ ਆਪਾਂ ਹਿੰਦੂ ਫਿਲਾਸਫੀ ਕਹਿ ਲਈਏ ਮਾਡਰਨ ਟਰਮ ਦੇ ਵਿੱਚ, ਉਹਨਾਂ 6 ਸਿਸਟਮ ਨੇ ਜਿਹੜੇ ਉਹਨਾਂ ਨੇ ਵੀ ਵਿਆਖਿਆ ਭਾਈ ਗੁਰਦਾਸ ਨੇ ਕੀਤੀ ਹੋਈ ਹੈ। ਤੇ ਤੁਸੀਂ ਇਹ ਵੀ ਹੈਰਾਨ ਹੋਵੋਗੇ ਕਿ ਉਹਨਾਂ ਦੇ ਕਿਸੇ ਸਕਾਲਰ ਨੇ ਇਹ ਨਹੀਂ ਕਿਹਾ ਕਿ ਕਿਹੜਾ ਸ਼ਾਸਤਰ ਕਿਹੜੇ ਵੇਦ ਦੇ ਉੱਤੇ ਬੇਸਡ ਹੈ, ਪਰ ਭਾਈ ਗੁਰਦਾਸ ਨੇ ਇਹ ਗੱਲ ਕੀਤੀ ਹੋਈ ਹੈ ਕਿ ऋग्वेद चो केड़ा शास्त्र निकलिया, केड़े शास्त्र ने श्यामवेद नूं मन्निया, केड़े ने अपने मतलब यजुर्वेद नूं मन्निया, ये उन्होंने गल कीती हुई है। वो सारियां वो कंडीशनस दस रहे ने भी किस किस्म के नाल हालात किहो जे बन गए सी, ये सारी जिहड़ा नफरत का माहौल है ये क्यों पैदा होया सी। वो तो इत्थों तक भी गल करदे भी हुण मनदे सारे तुसीं वेदां नूं शास्त्रां नूं मनदे हो, पर हुण सन्यासी ने जिवें हुण एक हैगा, सन्यासियों दे विच भी 12 फिरके ने, अगों जिहड़े जंगम ने, श्रेवड़े ने, दिगंबर ने, सारियां दे विच फिरके डिफरेंट बने हुए ने। ते उन्हां दा कहण दा मतलब यह है कि पंडित है जिहड़ा जां ब्राह्मण है जां जिहनूं आपां पुजारी क्लास कहीए भी वो आपस विच वाद विवाद कराई जांदे ने शास्त्रां दा, ते आपस विच लोकां नूं लड़ाउंदे ने, ते ओहदे नाल दुनिया दे विच जिहड़ी हैगी है ओह नफरत पैदा होई हुई।
ਉਹ ਸਿਰਫ ਇਹ ਦੱਸ ਰਹੇ ਨੇ ਕਿ ਗੁਰੂ ਨਾਨਕ ਦੀ ਲੋੜ ਜ਼ਮਾਨੇ ਨੂੰ ਕਿਉਂ ਹੋਈ, ਜਾਂ ਮਤਲਬ ਕਿਉਂ ਉਹ ਸਾਰਾ ਜਿਹੜਾ ਉਹਦੀ ਪ੍ਰਿਸ਼ਠਭੂਮੀ ਦੱਸੀ ਆ, ਬੈਕਗ੍ਰਾਉਂਡ ਇਹ ਹਾਲਾਤ ਬਣ ਰਹੇ ਸੀ। ਬਿਲਕੁਲ ਬਿਲਕੁਲ, ਇਹ ਸਾਡੇ 'ਚ ਕਮਜ਼ੋਰੀਆਂ ਆ ਗਈਆਂ, ਇਸ ਤਰ੍ਹਾਂ ਦੇ ਸਿਧਾਂਤ ਤੋਂ ਅਸੀਂ ਉਖੜ ਗਏ ਤੇ ਫਿਰ ਗੁਰੂ ਨਾਨਕ ਦੀ ਆਮਦ ਹੁੰਦੀ ਹੈ। ਹਾਂ, ਉਹ ਨਹੀਂ, ਉਹ ਫਿਰ ਹਜ਼ਰਤ ਮੁਹੰਮਦ ਸਾਹਿਬ ਦਾ ਵੀ ਲੈਂਦੇ ਆ ਵੀ ਉਹ ਪੈਦਾ ਹੋਏ ਤੇ ਉਹਨਾਂ ਦੇ ਨਾਲ ਇਸਲਾਮ ਆਇਆ, ਤੇ ਫਿਰ ਉਹਦੇ ਵਿੱਚ ਅੱਗੋਂ ਫਿਰ 4 ਖਲੀਫੇ ਨੇ ਉਹਨਾਂ ਦੇ, ਹੈਨਾ, ਤੇ ਉਹਨਾਂ ਦੇ ਵਿੱਚ ਵੀ 4 ਆਪਣੇ ਮਤਲਬ ਫਿਰਕੇ ਨੇ, ਸ਼ੀਆ, ਸੁन्नी, ਰਾਫਜ਼ੀ, ਇਮਾਮ ਸ਼ਾਫੀ, ਹੈਨਾ, 4 ਫਿਰਕੇ ਨੇ। ਉਹ ਵੀ ਆਪਸ ਵਿੱਚ ਲੜਦੇ ਨੇ, ਡਾਕਟਰ ਸਾਹਿਬ ਅੱਗੇ ਵਧੀ ਜਾਂਦੇ ਨੇ, ਉਹ ਵੀ ਆਪਸ ਵਿੱਚ ਲੜਦੇ ਨੇ। ਇੱਕ ਪਾਸੇ ਤਾਂ ਜਿਹੜੇ ਹੈਗੇ ਨੇ ਵੇਦਾਂ ਨੂੰ ਮੰਨਣ ਵਾਲੇ ਨੇ, ਉਹਨਾਂ ਦੇ ਅਲੱਗ-ਅਲੱਗ ਕਲਟ ਨੇ, ਅਲੱਗ-ਅਲੱਗ ਕਰੀਡਸ ਦੀ, ਇੱਕ ਪਾਸੇ ਤਾਂ ਉਹ ਲੜਦੇ ਨੇ, ਹੈਨਾ, 4 ਸੁਸਾਇਟੀ ਨੂੰ 4 ਵਰਨਾਂ ਦੇ ਵਿੱਚ ਵੰਡਤਾ, ਉਹ ਅੱਗੋਂ ਵਰਨ ਨੇ ਜਿਹੜੇ ਫਿਰ ਕਿੰਨੀਆਂ ਸਟ੍ਰਿਕਟ ਸਿਸਟਮ ਜਾਤ ਪਾਤ ਦਾ ਹੋ ਗਿਆ, ਉਹ ਸਾਰੀ ਨਫ਼ਰਤ ਵਾਲਾ ਮਾਹੌਲ ਹੈ ਨਾ, ਹੁਣ ਉੱਪਰ ਕਿਸੇ ਨੂੰ ਮੂਵ ਕਰਨ ਦੀ ਇਜਾਜ਼ਤ ਨਹੀਂ ਹੈ, ਮੰਦਰਾਂ 'ਚ ਜਾਣ ਦੀ ਨਹੀਂ ਹੈ। ਤੇ ਦੂਜੇ ਪਾਸੇ ਜਦੋਂ ਇਸਲਾਮ ਆ ਗਿਆ, ਉਹਨਾਂ ਦੇ ਪਹਿਲਾਂ ਆਪਸ ਵਿੱਚ 4 ਫਿਰਕੇ ਦੇ 4 ਹੀ ਲੜਦੇ ਰਹਿੰਦੇ ਨੇ। ਫਿਰ ਜਦੋਂ ਹਿੰਦੁਸਤਾਨ ਦੇ ਵਿੱਚ ਇਸਲਾਮ ਆ ਗਿਆ, ਫਿਰ ਬਾਹਮਣ ਤੇ ਮੌਲਾਣੇ ਨੇ ਜਿਹੜੇ ਉਹ ਇੱਕ ਦੂਜੇ ਨੂੰ ਲੜਾਉਣ ਤੇ ਲੱਗੇ ਹੋਏ ਨੇ। ਜਿਵੇਂ ਹੁਣ ਹਿੰਦੂਆਂ ਦੇ ਵਾਸਤੇ ਗੰਗਾ, ਬਨਾਰਸ ਉਹ ਪਵਿੱਤਰ ਹੈ, ਉਹਨਾਂ ਦੇ ਵਾਸਤੇ ਕਾਬਾ ਪਵਿੱਤਰ ਹੈ, ਤੇ ਆਪਸ ਵਿੱਚ ਕਹਿੰਦੇ ਨੇ ਬਜਾਏ ਇਸ ਦੇ ਕਿ ਉਹ ਕਹਿੰਦੇ ਵੀ ਰੱਬ ਤਾਂ ਇੱਕੋ ਹੀ ਹੈ ਜਿਹਨੂੰ ਮੰਨਣਾ। ਭਾਈ ਗੁਰਦਾਸ ਕਹਿੰਦੇ ਨੇ ਪਰ ਇਹ 2 ਰਸਤੇ ਨੇ ਜਿਹੜੇ ਇਹ ਆਪਸ ਵਿੱਚ ਖਹਿ ਰਹੇ ਨੇ, ਹਨਾ, ਇੱਕ ਪਾਸੇ ਇਸਲਾਮ ਦਾ ਹੋ ਗਿਆ, ਇੱਕ ਪਾਸੇ ਹਿੰਦੂ ਧਰਮ ਦਾ ਹੋ ਗਿਆ। ਉਹ ਸਾਰਾ ਉਹ ਹਾਲਾਤ ਦੱਸਦੇ ਨੇ ਤੇ ਉਹਦੇ ਵਿੱਚ ਫਿਰ ਉਹ ਕਹਿੰਦੇ ਨੇ ਵੀ ਉੱਦਾਂ ਵੀ ਆਪਾਂ ਜੇ ਫਿਲੋਸੋਫੀਕਲੀ ਵੀ ਦੇਖੀਏ ਨਾ, ਉਹ ਹਿਸਟਰੀ ਨੂੰ ਫੋਲੀਏ ਤਾਂ 15ਵੀਂ ਸਦੀ ਹੈ ਜਿਹੜੀ, ਉਹਨੂੰ ਡਾਰਕ ਪੀਰੀਅਡ ਮੰਨਿਆ ਜਾਂਦਾ। ਫਿਲੋਸਫੀ ਦਾ ਵੀ ਅਸੀਂ ਉਹਨੂੰ ਡਾਰਕ ਪੀਰੀਅਡ ਮੰਨਦੇ ਹਾਂ ਕਿਉਂਕਿ ਉਹਦੇ ਵਿੱਚ ਸਕੋਲਾਸਟਿਸਿਜ਼ਮ ਪ੍ਰਧਾਨ ਸੀਗਾ, ਤਰਕ ਜਾਂ ਵਿਚਾਰ ਹੈ ਜਿਹੜਾ ਉਹਦੀ ਕੋਈ ਬਹੁਤੀ ਥਾਂ ਨਹੀਂ ਸੀ। ਉਸ ਤੋਂ ਬਾਅਦ ਹੀ ਫਿਰ ਮਾਡਰਨ ਜਿਹੜਾ ਅਵੇਕਨਿੰਗ ਆਪਾਂ ਉਹਨੂੰ ਐਨਲਾਈਟਨਮੈਂਟ ਦਾ ਪੀਰੀਅਡ ਮੰਨਦੇ ਹਾਂ, ਉਹ ਤਕਰੀਬਨ ਉਸ ਵੇਲੇ ਤੋਂ ਬਾਅਦ ਹੀ ਸ਼ੁਰੂ ਹੁੰਦਾ 15ਵੀਂ ਸਦੀ ਤੋਂ, ਹੈ ਨਾ। ਤੇ ਸਗੋਂ ਐਨਲਾਈਟਨਮੈਂਟ ਦਾ ਮੀਨ ਧਰਮਾਂ 'ਚ ਕੋਈ ਲਾਈਨ ਨਹੀਂ, ਧਰਮਾਂ 'ਚ ਫਿਲੋਸੋਫੀਕਲੀ ਵੀ ਸਾਇੰਟਿਫਿਕ ਯੁੱਗ ਵੀ ਸ਼ੁਰੂ ਹੁੰਦਾ, ਸਾਇੰਟਿਫਿਕ ਯੁੱਗ ਸ਼ੁਰੂ ਹੋ ਜਾਂਦਾ ਨਾਲ ਫਿਲੋਸੋਫੀਕਲੀ ਵੀ ਨੌਲੇਜ ਨੂੰ ਜਾਂ ਤਰਕ ਨੂੰ ਉਹਨੂੰ ਇੰਪੋਰਟੈਂਸ ਦਿੱਤੀ ਜਾਂਦੀ ਹੈ, ਹਨਾ। ਤੇ ਧਰਮ ਹੈ ਜਿਹੜਾ ਉਹਨੂੰ ਵੀ ਵਹਿਮਾਂ ਭਰਮਾਂ ਦੇ ਵਿੱਚੋਂ ਕੱਢ ਕੇ ਆਪਣਾ ਮਤਲਬ ਗਿਆਨ ਵਾਲੇ ਪਾਸੇ ਲੈ ਕੇ ਜਾਇਆ ਜਾਂਦਾ ਹੈ ਨਾ, ਉਹ ਉਸ ਢੰਗ ਦੇ ਨਾਲ ਅਸੀਂ ਲੈਂਦੇ ਹਾਂ। ਤੇ ਉਹ ਇਸ ਚੀਜ਼ ਦੇ ਵਿੱਚ ਲੋੜ ਪੈਂਦੀ ਹੈ ਕਿ ਗੁਰੂ ਨਾਨਕ ਸਾਹਿਬ ਦੀ ਆਮਦ ਹੈ ਜਿਹੜੀ ਉਹ ਹੁੰਦੀ ਹੈ ਨਾ। ਗੁਰੂ ਨਾਨਕ, ਭਾਈ ਗੁਰਦਾਸ ਵੀ ਕਹਿੰਦੇ ਨੇ ਵੀ ਬਾਬੇ ਨੇ ਜਦੋਂ ਧਿਆਨ ਧਰ ਕੇ ਦੇਖਿਆ ਉਹਨਾਂ ਨੂੰ ਲੱਗਿਆ ਅਸਲ 'ਚ ਜੇ ਆਪਾਂ ਗੱਲ ਕਰੀਏ ਇਹਨਾਂ ਨੂੰ ਵੈਸੇ ਵੀ ਦੁਨਿਆਵੀ ਤੌਰ ਤੇ ਵੀ ਸਪੋਜ਼ ਕੀਤਾ ਕੋਈ ਡਾਕਟਰ ਹੈ ਨਾ, ਉਹ ਡਾਕਟਰ ਹੈ ਜੇ ਉਹਨੂੰ ਰੋਗ ਨੂੰ ਪਹਿਲਾਂ ਉਹ ਰੋਗ ਦੀ ਪਛਾਣ ਕਰੂਗਾ ਕਿ ਬੰਦੇ ਨੂੰ ਪ੍ਰੋਬਲਮ ਕੀ ਹੈ ਨਾ, ਜੇ ਉਹਨੂੰ ਰੋਗ ਦਾ ਪਤਾ ਹੋਊਗਾ ਫਿਰ ਉਹਦਾ ਉਹ ਇਲਾਜ ਕੀਤਾ ਜਾ ਸਕਦਾ। ਇਸੇ ਤਰ੍ਹਾਂ ਗੁਰੂ ਨਾਨਕ ਨੇ ਜਿਹੜੇ ਭਾਈ ਗੁਰਦਾਸ ਦੇ ਹਿਸਾਬ ਨਾਲ ਤਾਂ ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦੇ ਸਾਰੀ। ਗੁਰੂ ਨਾਨਕ ਭਾਈ ਗੁਰਦਾਸ ਦੇ ਮੁਤਾਬਕ ਵੀ ਗੁਰੂ ਨਾਨਕ ਦੇਖਦੇ ਨੇ 4 ਚੁਫੇਰੇ ਨਿਗਾਹ ਮਾਰ ਕੇ, ਹੈ ਨਾ। ਉਹਨਾਂ ਨੂੰ ਲੱਗਦਾ ਕਿ ਲੋਕ ਨਫ਼ਰਤ, ਸਾੜਾ, ਈਰਖਾ ਜਿਹੜੀ ਹੈਗੀ ਆ, ਹਉਮੈ ਬੰਦੇ ਦੇ ਵਿੱਚ ਜਿਹੜੀ ਹੈਗੀ ਆ, ਕਿਉਂਕਿ ਸਿੱਖ ਧਰਮ ਦੇ ਅਨੁਸਾਰ ਤਾਂ ਹਉਮੈ ਹਰ ਤਰ੍ਹਾਂ ਦੀ ਮਾੜੀ ਹੈ। ਜਪਜੀ ਸਾਹਿਬ ਵਿੱਚ ਹੀ ਗੁਰੂ ਨਾਨਕ ਕਹਿੰਦੇ ਨੇ ਕਿ ਸਭ ਤੋਂ ਪਹਿਲਾਂ ਹਉਮੈ ਦਾ ਤਿਆਗ ਕਰਨਾ ਹੈ। ਆਸਾ-ਦੀ-ਵਾਰ ਦੇ ਵਿੱਚ ਕਿ ਹਉਮੈ ਦੀਰਘ ਰੋਗ ਹੈ, ਦਾਰੂ ਵੀ ਸਮਾਹੇ। ਤੇ ਪਰ ਜਿਹੜੀ ਧਾਰਮਿਕ ਹਉਮੈ ਹੈ ਉਹ ਸਭ ਤੋਂ ਜ਼ਿਆਦਾ ਖਤਰਨਾਕ ਹੁੰਦੀ ਹੈ। ਕਿਉਂਕਿ ਡਾਕਟਰ ਸਾਹਿਬ ਇੱਕ ਸਵਾਲ ਮੇਰੇ ਦਿਮਾਗ 'ਚ ਆ ਰਿਹਾ ਤਾਂ ਗੱਲ ਕਰਦੇ ਉਹ ਇਹ ਜੇ ਤੁਸੀਂ ਦੱਸਿਆ ਕਿ ਜਦੋਂ ਗੁਰੂ ਨਾਨਕ ਸਾਹਿਬ ਦਾ ਸਮਾਂ ਆਇਆ, ਸਿੱਖ ਧਰਮ ਦਾ ਉਹਦੇ ਹੋਣ ਦੇ ਕਾਰਨ ਗਣਾਤੇ ਜਿਹੜੇ ਭਾਈ ਗੁਰਦਾਸ ਰਾਮ ਜੀ ਦੱਸਦੇ ਕਿ ਉਹ ਈਰਖਾ ਦਾ ਮਾਹੌਲ ਬਣ ਗਿਆ, ਸ਼ਾਸਤਰਾਂ ਦੀ ਆਪਸੀ ਲੜਾਈ ਹੋ ਗਈ, ਵਰਨ ਵੰਡ ਹੋ ਗਿਆ, ਫਿਰ ਧਰਮਾਂ ਦਾ ਆਪੋ ਜਗ੍ਹਾ ਝਗੜੇ ਹੋ ਗਏ, ਇਸਲਾਮ ਦਾ ਦੂਜਾ। ਤੇ ਜਿਹੜਾ ਇਹ ਐਨਲਾਈਟਨਮੈਂਟ ਦੀ ਯੁੱਗ ਆਇਆ ਇਹਦੇ ਵਿੱਚ ਠੀਕ ਹੈ ਇੱਕ ਨਵਾਂ ਧਰਮ ਦਾ ਉਦੈ ਹੋ ਗਿਆ, ਸਿੱਖ ਧਰਮ ਦਾ। ਤੇ ਕੀ ਜਿਹੜਾ ਉਸ ਵੇਲੇ ਦਾ ਐਸਟੈਬਲਿਸ਼ ਧਰਮ ਸੀਗੇ ਇਸਲਾਮ ਤੇ ਨਾਲ ਆਪਣਾ ਹਿੰਦੂ ਧਰਮ, ਇਹਦੇ ਵਿੱਚ 2 ਚੀਜ਼ਾਂ ਅਸੀਂ ਨੋਟ ਕਰਦੇ ਹਾਂ। ਬਹੁਤ ਸਾਰੇ ਲੋਕ ਇਹ ਕਹਿ ਦਿੰਦੇ ਆ, ਇੱਕ ਭਗਤੀ ਲਹਿਰ ਜਿਹੜੀ ਆ ਉਹਨੂੰ ਸਿੱਖ ਧਰਮ ਦੀ ਤੇ ਭਗਤੀ ਲਹਿਰ ਨੂੰ ਉਹਦੇ ਨਾਲ ਜੋੜ ਦਿੰਦੇ ਕਈ ਵਾਰ, ਤੇ ਦੂਸਰਾ ਜਿਹੜਾ ਸੂਫੀਵਾਦ ਆਇਆ ਇਸਲਾਮ 'ਚ ਉਹ ਵੀ ਲਗਭਗ ਉਸੇ ਸਮੇਂ 'ਚ ਹੀ ਬਿਲਕੁਲ ਚੱਲ ਰਿਹਾ। ਇਹ 3 ਚੀਜ਼ਾਂ ਦਾ ਸੁਮੇਲ ਕੀ ਆ, ਇਹਨਾਂ ਦੀ ਆਪੋ 'ਚ ਜਿਹੜਾ ਮਤਲਬ ਕੰਟਰਡਿਕਸ਼ਨ ਕੋਈ ਨਹੀਂ ਹੈਗੀ।
ਜਿਹੜਾ ਭਗਤੀ ਪੀਰੀਅਡ ਹੈ ਨਾ ਉਹਨੂੰ ਅਸੀਂ ਪ੍ਰੀ ਸਿੱਖਿਜ਼ਮ ਪੀਰੀਅਡ ਕਹਿ ਸਕਦੇ ਹਾਂ। ਹਾਂਜੀ, ਭਗਤੀ ਲਹਿਰ ਹੈ ਜਿਹੜੀ ਜਾਂ ਭਗਤੀ ਮੂਵਮੈਂਟ ਜਿਹੜੀ ਚੱਲੀ ਹੈ ਜਾਂ ਭਗਤੀ ਦਾ ਜੋ ਆਗਾਜ਼ ਹੋਇਆ ਉਹਨੂੰ ਅਸੀਂ ਪ੍ਰੀ ਸਿੱਖਿਜ਼ਮ ਪੀਰੀਅਡ ਕਹਿ ਸਕਦੇ ਹਾਂ, ਹੈ ਨਾ। ਉਹਦੇ ਵਿੱਚ ਵੀ ਕਿਉਂਕਿ ਦੇਖੋ ਧਰਮ ਦੇ ਵਿੱਚ ਮੇਨ ਧਰਮ ਹਿੰਦੂ ਵੀ ਹੈ, ਉਦੋਂ ਇਸਲਾਮ ਧਰਮ ਵੀ ਹੈ, ਦੋਹਾਂ ਦੇ ਵਿੱਚ ਖੜੋਤ ਆ ਚੁੱਕੀ ਹੈ। ਧਰਮ ਦਾ ਮਕਸਦ ਤਾਂ ਹੁੰਦਾ ਕਿ ਮਨੁੱਖ ਨੂੰ ਦਾ ਆਪਾਂ ਕਹਿੰਦੇ ਹਾਂ ਵੀ ਕਲਿਆਣ ਦੇ ਵਾਸਤੇ ਹੈ ਨਾ, ਤੇ ਮੁਕਤੀ ਸਿਰਫ ਇਹ ਤਾਂ ਨਹੀਂ ਹੈ ਕਿ ਵੀ ਮਰ ਕੇ ਬੰਦੇ ਨੂੰ ਮੁਕਤੀ ਪ੍ਰਾਪਤ ਕਰਨੀ ਹੈ। ਇਹ ਸੰਸਾਰ ਦੇ ਉੱਤੇ ਤੁਸੀਂ ਕਿਵੇਂ ਰਹਿ ਰਹੇ ਹੋ, ਤੁਹਾਡਾ ਜੀਵਨ ਉਦੇਸ਼ ਕਿਵੇਂ, ਆਪਸ ਵਿੱਚ ਭਾਈਚਾਰਕ ਸਾਂਝ ਹੈ ਜਿਹੜੀ ਉਹਨੂੰ ਤੁਸੀਂ ਕਿਵੇਂ ਐਸਟੈਬਲਿਸ਼ ਕਰ, ਇਹ ਵੀ ਸਾਰਾ ਇਹ ਜੀਵਨ ਮੁਕਤੀ ਇਹ ਹੀ ਆ ਜਿਹੜਾ ਇਸ ਸੰਸਾਰ ਦੇ ਉੱਤੇ ਰਹਿਣਾ। ਤੁਸੀਂ ਵਧੀਆ ਜੀਵਨ, ਖਾਸ ਕਰਕੇ ਸਿੱਖ ਧਰਮ ਦੇ ਵਿੱਚ ਜੀਵਨ ਮੁਕਤੀ ਨੂੰ ਮਰਨ ਉਪਰੰਤ ਮੁਕਤੀ ਤਾਂ ਉਹ ਕਹਿੰਦੇ ਵੀ ਸੂਰਜ ਕਿਰਨ ਮਿਲੀ ਜਲ ਕਾ ਜਲ ਹੁਆ ਰਾਮ, ਉਹ ਤਾਂ ਮਿਲਤ ਹੋ ਜਾਣਾ, ਉਹ ਤਾਂ ਖਤਮ ਹੋ ਗਿਆ। ਨਰਕ ਸਵਰਗ ਦੀ ਕੋਈ ਇਸ ਕਿਸਮ ਨਹੀਂ, ਜੋ ਕੁਝ ਵੀ ਹੈ ਉਹ ਇੱਥੇ ਆ ਨਾ। ਜੀਵਨ ਮੁਕਤੀ ਹੈ ਵੀ ਤੁਸੀਂ ਟ੍ਰਾਂਸੈਂਡਡ ਹੋ ਕੇ ਪ੍ਰੇਮ ਪਿਆਰ ਦੇ ਨਾਲ ਕਿਸ ਤਰ੍ਹਾਂ ਦੂਸਰਿਆਂ ਦੇ ਨਾਲ ਰਹਿੰਦੇ, ਕਿਵੇਂ ਤੁਸੀਂ ਦੁੱਖ ਸੁੱਖ ਤੋਂ ਉੱਤੇ ਉੱਠ ਕੇ, ਹਉਮੈ ਤੋਂ ਉੱਤੇ ਉੱਠ ਕੇ, ਹੰਕਾਰ ਤੋਂ ਉੱਤੇ ਉੱਠ ਕੇ ਕਿਵੇਂ ਜਿਉਂਦਾ ਬੰਦਾ ਆਪਣਾ, ਹੈ ਨਾ। ਤੇ ਉਹਨੂੰ ਮੰਨਿਆ ਗਿਆ। ਜੇ ਮੈਂ ਇੱਥੇ ਤਾਂ ਕਰਕੇ ਸਵਾਲ ਤੁਹਾਨੂੰ ਪੁੱਛ ਰਿਹਾ ਕਿ ਭਗਤੀ ਜਿਹੜੀ ਹਿੰਦੂ ਭਗਤੀ ਲਹਿਰ ਦੇ ਕੁਝ ਮਹਾਂਪੁਰਸ਼ ਉਹਨਾਂ ਨੂੰ ਬਾਅਦ ਵਿੱਚ ਜਦੋਂ ਗੁਰੂ ਸਾਹਿਬ ਨੇ ਸੰਪਾਦਨਾ ਕੀਤੀ ਜਿਹੜੀ ਉਹਦੇ ਵਿੱਚ ਜਗ੍ਹਾ ਜ਼ਰੂਰ ਦਿੱਤੀ ਆ, ਪਰ ਉਹ ਬਹੁਤ ਪਹਿਲਾਂ ਦੇ ਪੀਰੀਅਡ ਦਾ ਕਬੀਰ ਹਰੀ ਉਹ ਜਿਹੜਾ ਹੈਗਾ ਨਾ ਉਹ ਅਵੇਕਨਿੰਗ ਦਾ ਪੀਰੀਅਡ ਹੈ, ਕਿਉਂਕਿ ਉਹ ਜਿਹੜੀ ਮੋਨੋਟਨੀ ਧਰਮ ਦੇ ਵਿੱਚ ਆ ਗਈ ਸੀ ਨਾ, ਜਿਹਨੂੰ ਸਟੈਗਨੇਸ਼ਨ ਅਸੀਂ ਕਹਿੰਦੇ ਹਾਂ ਜਾਂ ਖੜੋਤ ਕਹਿੰਦੇ ਹਾਂ। ਦੇਖੋ ਕਰਮਕਾਂਡ ਇੰਨਾ ਜ਼ਿਆਦਾ ਵੱਧ ਗਿਆ ਹੋਇਆ ਸੀਗਾ, ਹੁਣ ਆਮ ਬੰਦੇ ਨੂੰ ਕੋਈ ਨੌਲੇਜ ਨਹੀਂ ਧਰਮ ਕੀ ਹੈ ਨਾ। ਜੋ ਪੰਡਤ ਕਹੂਗਾ ਵੀ ਤੁਸੀਂ ਆਹ ਪੂਜਾ ਕਰਨੀ ਹੈ, ਇਹਦੇ ਨਾਲ ਆਹ ਪ੍ਰਾਪਤੀ ਹੁੰਦੀ, ਉਹ ਹੀ ਸਾਰਾ ਕੁਝ ਚੱਲਦਾ। ਆਮ ਬੰਦੇ ਨੂੰ ਤਾਂ ਹੁਣ ਸੰਸਕ੍ਰਿਤ ਦੇ ਵਿੱਚ ਵੇਦ ਨੇ ਜਿਹੜੇ, ਉਹ ਵੀ ਸੰਸਕ੍ਰਿਤ ਉਹ ਵੀ ਪੁਰਾਣੀ ਹੈਗੀ ਹੈ, ਮਤਲਬ ਉਹਨੂੰ ਆਮ ਬੰਦੇ ਨੂੰ ਤਾਂ ਪਤਾ ਨਹੀਂ ਹੈ। ਜਿਵੇਂ ਉਹ ਪੰਡਤ ਕਹਿੰਦਾ ਉਹ ਗਾਈਡ ਕਰਦਾ, ਉਵੇਂ ਲੋਕ ਉਹਦੇ ਮੁਤਾਬਕ ਹੀ ਨਫ਼ਰਤ ਵੀ ਇੱਕ ਦੂਜੇ ਨੂੰ ਕਰਦੇ ਨੇ, ਉਹਦੇ ਮੁਤਾਬਕ ਸਾਰੇ ਚੱਲ। ਉਹ ਜਿਹੜਾ ਕਰਮਕਾਂਡ ਸੀ ਨਾ ਉਹਦੇ ਵਿੱਚੋਂ ਲੋਕਾਂ ਦਾ ਵਿਸ਼ਵਾਸ ਹੈ ਜਿਹੜਾ, ਜਾਂ ਕਹਿ ਲਓ ਤੁਸੀਂ ਵੀ ਜ਼ਿੰਦਗੀ ਨੂੰ ਕੋਈ ਰਾਹ ਨਹੀਂ ਸੀ ਮਿਲ ਰਿਹਾ, ਉਸ ਖੜੋਤੇ ਦੇ ਵਿੱਚੋਂ ਭਗਤ ਨੇ ਜਿਹੜੇ ਪੈਦਾ ਹੋਏ। ਭਗਤ ਨਾਮਦੇਵ ਹੈ, ਚਾਹੇ ਭਗਤ ਕਬੀਰ ਨੇ, ਭਗਤ ਰਵਿਦਾਸ ਨੇ। ਹੁਣ ਜਿਹੜਾ ਤੁਸੀਂ ਦੇਖੋ, ਹੁਣ ਤੁਸੀਂ ਭਾਵੇਂ ਭਗਤ ਰਵਿਦਾਸ ਨੂੰ ਦੇਖੋ, ਜਿਹੜੀ ਜਿਹਨੂੰ ਅਸੀਂ ਆਪਾਂ ਕਹਿੰਦੇ ਦਲਿਤ ਅਵੇਕਨਿੰਗ ਕਹਿ ਲਈਏ ਆਪਾਂ, ਤੁਸੀਂ ਹੈ ਨਾ, ਜਾਂ ਜਾਗਰਤੀ, ਉਹਨਾਂ ਦੇ ਵਿੱਚ ਕਿੰਨਾ ਕੁ ਲੰਬਾ ਪੀਰੀਅਡ ਹੋਏਗਾ? ਕਿਉਂਕਿ ਇਹਨਾਂ ਦਾ ਆਪੋ ਚ ਕਾਫੀ ਗੈਪ ਲੱਗਦਾ ਹੈ, ਜਿੱਦਾਂ ਭਗਤ ਨਾਮਦੇਵ ਬਹੁਤ ਪਿੱਛੋਂ ਜਾਂ 12ਵੀਂ ਸਦੀ ਤੋਂ ਲੈ ਕੇ ਹੈ ਨਾ 15ਵੀਂ ਸਦੀ ਤੱਕ ਦੇ ਨੇ ਇਹ। ਗੁਰੂ ਨਾਨਕ ਵੀ 15ਵੀਂ ਸਦੀ ਦੇ ਵਿੱਚ ਆਉਂਦੇ ਨੇ, ਤੇ ਸਭ ਤੋਂ ਪਹਿਲਾਂ ਬਾਬਾ ਫਰੀਦ, ਭਗਤ ਕਬੀਰ ਜਾਂ ਜੈਦੇਵ ਹੈ, ਇਹ 11ਵੀਂ ਸਦੀ ਦੇ ਨੇ ਇਹ ਸਾਰੇ। ਤੇ ਉਦੋਂ ਤੱਕ ਹੈ ਜਿਹੜੀ ਇਹ ਇਸਲਾਮ ਵੀ ਚੰਗੀ ਤਰ੍ਹਾਂ ਸਟੈਬਲਿਸ਼ ਹੋ ਚੁੱਕਿਆ ਸੀ। ਇੱਕ ਮਤਲਬ ਆ ਜਿਹੜਾ ਕਾਸਟ ਸਿਸਟਮ, ਵਰਨ ਆਸ਼ਰਮ ਧਰਮ ਹੋ ਗਿਆ, ਦੂਜਾ ਹਿੰਦੂਆਂ ਤੇ ਮੁਸਲਮਾਨਾਂ ਦੀ ਲੜਾਈ ਹੈ ਜਿਹੜੀ ਉਹ ਹੋ ਗਈ, ਹੈ ਨਾ। ਤੇ ਸੋ ਇਹ ਮੰਨ ਲਿਆ ਜਾਵੇ ਕਿ ਜਿਹੜੀ ਭਗਤੀ ਲਹਿਰ ਆ ਉਹ ਵੀ ਤੇ ਜਿਹੜੇ ਸੂਫੀਵਾਦ ਹੈ ਉਹ ਵੀ ਯਾਨੀ ਕੱਟੜਵਾਦ ਹੈ, ਜਿਹੜਾ ਕਰਮਕਾਂਡ ਤੇ ਕੱਟੜਵਾਦ ਹੈ ਨਾ। ਇਸਲਾਮ ਦੇ ਵਿੱਚ ਕੱਟੜਵਾਦ ਹੈ, ਹਿੰਦੂ ਧਰਮ ਦੇ ਵਿੱਚ ਕਰਮਕਾਂਡ ਹੈ। ਇਹਨਾਂ ਦੋਵਾਂ ਦੇ ਵਿੱਚੋਂ ਹੀ ਇਹ ਉਧਰੋਂ ਭਗਤੀ ਲਹਿਰ ਪੈਦਾ ਹੋਈ ਤੇ ਉਧਰੋਂ ਜਿਹੜੀ ਹੈਗੀ ਉਹ ਸੂਫੀ ਲਹਿਰ ਹੈ। ਇਹ ਦੋਨੇ ਹੀ ਜਿਹੜੀਆਂ ਲਹਿਰਾਂ ਨੇ, ਸੂਫੀਵਾਦ ਤੇ ਭਗਤੀ ਜਿਹੜਾ ਲਹਿਰ ਹੈਗੀ ਆ, ਉਹ ਦੋਨਾਂ ਨੂੰ ਮੰਨ ਲਿਆ ਜਾਵੇ ਕਿ ਉਹ ਗੁਰੂ ਨਾਨਕ ਤੋਂ ਪਹਿਲੇ ਪੀਰੀਅਡ ਦੀ ਕਹਾਣੀ ਹੈ। ਹਾਂ, ਪਹਿਲੇ ਪੀਰੀਅਡ ਉੱਥੋਂ ਤੱਕ ਪਹੁੰਚਦੀ ਹੈ, ਯਾਨੀ ਕਿ ਉੱਥੋਂ ਪਹਿਲਾਂ ਸ਼ੁਰੂ ਹੋ ਕੇ ਉਹਨਾਂ ਤੱਕ ਪਹੁੰਚਦੀ ਹੈ। ਉਹਨੂੰ ਅਸੀਂ ਪ੍ਰੀ ਸਿੱਖਿਜ਼ਮ ਦਾ ਪੀਰੀਅਡ ਮੰਨਦੇ ਹਾਂ, ਹੈ ਨਾ। ਭਗਤੀ ਲਹਿਰ ਨੂੰ ਅਵੇਕਨਿੰਗ ਦਾ ਪੀਰੀਅਡ ਹੈ ਉਹ ਵੀ, ਪਰ ਉਹ ਕਿਉਂਕਿ ਉਹ ਇੱਕ ਤਰ੍ਹਾਂ ਦੇ ਨਾਲ ਕਹਿ ਲਓ ਵੀ ਉਹ ਇੰਡੀਵਿਜੂਅਲ ਲੈਵਲ ਦੇ ਉੱਤੇ ਹੁੰਦਾ, ਹੈ ਨਾ। ਇੱਕ ਜਿਵੇਂ ਇੱਕ ਸਮੁੱਚੀ ਲਹਿਰ ਬਣ ਕੇ ਵੀ ਸਾਰੇ ਫੈਲ ਨਹੀਂ ਸਕੀ, ਉਹ ਆਪਣੇ ਆਪਣੇ ਲੈਵਲ ਦੇ ਉੱਤੇ ਸਾਰੇ ਭਗਤ ਆਪਣੀ ਆਪਣੀ ਬਾਣੀ ਦੇ ਰਾਹੀਂ, ਆਪਣੇ ਉਹਦੇ ਰਾਹੀਂ, ਪ੍ਰਚਾਰ ਦੇ ਰਾਹੀਂ ਵੀ ਜਿੰਨਾ ਕੁ ਕਰ ਸਕਦੇ ਸੀਗੇ ਉਹ ਉਨੀ ਕੁ ਅਵੇਕਨਿੰਗ ਲਿਆਉਣ ਦੀ ਕੋਸ਼ਿਸ਼ ਕਰਦੇ ਆ। ਉਂਝ ਵੀ ਉਹ ਮੇਰੇ ਖਿਆਲ ਡਿਫਰੈਂਟ ਪਾਕਟ ਦੇ ਵਿੱਚ ਕੋਈ ਭਗਤ ਨਾਮਦੇਵ ਨੇ ਉਹ ਮਹਾਰਾਸ਼ਟਰ ਦੇ ਵਿੱਚ ਨੇ, ਇਦਾਂ ਕਬੀਰ ਤੇ ਰਵਿਦਾਸ ਉੱਤਰ ਪ੍ਰਦੇਸ਼ ਵਿੱਚ ਬਨਾਰਸ ਦੇ ਆਲੇ ਦੁਆਲੇ ਨੇ, ਉਹ ਹੈ ਨਾ। ਜੈਦੇਵ ਬੰਗਾਲ ਦੇ ਵਿੱਚ ਹੁੰਦੇ ਨੇ, ਇਦਾਂ ਉਹ ਸਾਰੇ ਵੱਖ-ਵੱਖ ਹਿੱਸਿਆਂ ਦੇ ਵਿੱਚ ਨੇ। ਤੇ ਗੁਰੂ ਨਾਨਕ ਸਾਹਿਬ ਆਪ ਵੀ ਕਹਿੰਦੇ ਨੇ, ਕਲਕਾਤੀ ਰਾਜੇ ਕਾ ਸਾਈ ਧਰਮ ਪੰਖ ਕਰ ਉੱਡ ਰਿਹਾ, ਹੈ ਨਾ। ਉਹ ਵੀ ਉਸ ਹਾਲਾਤ ਦਾ ਹੋਂ ਭਾਲ ਵੀ ਕੋਈ ਨਹੀਂ ਰੋਈਆ ਦੇ ਰਿਹਾ ਰਾਹ ਨਾ ਕੋਈ, ਉਹ ਵੀ ਕਹਿੰਦੇ ਨੇ ਵੀ ਉਹ ਡਾਰਕ ਪੀਰੀਅਡ ਹੈ, ਵੀ ਕਿਤੇ ਕਿਤੇ ਇੱਥੇ ਕੋਈ ਰਸਤਾ ਨਹੀਂ ਆਉਂਦਾ, ਹੈ ਨਾ। ਤੇ ਉਸ ਦੇ ਵਿੱਚੋਂ ਫਿਰ ਉਹ ਜਿਹਨੂੰ ਭਾਈ ਗੁਰਦਾਸ ਕਹਿੰਦੇ ਨੇ ਚੜਿਆ ਸੋਧਣ ਧਰਤ ਲੁਕਾਈ,
ਉੱਥੋਂ ਫਿਰ ਗੁਰੂ ਨਾਨਕ ਸਾਹਿਬ ਇਸੇ ਪੀਰੀਅਡ ਨੂੰ ਉਹ ਮਿੱਟੀ ਧੁੰਦ ਜਗ ਚਾਨਣ ਹੋਇਆ ਦਾ ਵੀ ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਇਆ, ਇਹਦਾ ਨਾਂ ਦਿੰਦਾ। ਮਤਲਬ ਇਹ ਸਾਰਾ ਪਿਛੋਕੜ ਦੱਸਦੇ ਹੋਏ ਭਾਈ ਗੁਰਦਾਸ ਸਰਾਂ ਨੇ ਕਿਹਾ ਕਿ ਗੁਰੂ ਸਾਹਿਬ ਦੀ ਆਮਦ ਦੇ ਆ ਕਾਰਨ ਬਣੇ ਜਦੋਂ ਉਹਨਾਂ ਨੇ ਵੇਖਿਆ ਕਿ ਸਾਰੀ ਧਰਤੀ ਸੜ ਰਹੀ ਆ, ਨਫ਼ਰਤ ਦੀ ਅੱਗ ਸੜ ਰਹੀ ਆ। ਬਿਲਕੁਲ ਬਿਲਕੁਲ, ਵਿਗਿਆਨ ਦਾ ਚਾਨਣ ਵੰਡਣ ਲਈ, ਲੋਕਾਂ ਨੂੰ ਇੱਕ ਸੌਲੇਸ ਦੇਣ ਲਈ ਭਾਈ ਗੁਰਦਾਸ ਕਹਿੰਦੇ 4 ਵਰਨ ਇੱਕ ਵਰਨ ਕਰਾਇਆ ਹੈ ਨਾ। ਗੁਰੂ ਨਾਨਕ ਆ ਜਿਹੜੇ ਉਹ ਮਨੁੱਖ ਨੂੰ ਇਕੁਐਲਿਟੀ ਦੇ ਉੱਤੇ ਲਿਆਉਂਦੇ ਆ, ਹੈ ਨਾ, ਵੀ ਸਾਰੇ ਮਨੁੱਖ ਬਰਾਬਰ ਨੇ। ਤੇ ਨਹੀਂ ਤਾਂ ਹੁਣ ਜਿਵੇਂ ਉਹ ਤੁਹਾਡੇ ਨਾਲ ਮੈਂ ਹੁਣੇ ਗੱਲ ਕੀਤੀ ਹੈ ਕਿ 4 ਵਰਨ ਨੇ ਜਿਹੜੇ ਉਹ ਮੰਨਿਆ ਗਿਆ, ਪੁਰਸ਼ ਸੂਕਤ ਪਤਾ ਨਹੀਂ ਹੁਣ ਰਿਗਵੇਦ ਵਿੱਚ ਕਿੱਥੋਂ ਐਡ ਹੋਇਆ, ਕਿਸ ਤਰ੍ਹਾਂ ਕਿ ਚਾਰੇ ਹੁਣ ਪੈਰਾਂ ਤੋਂ ਪੈਦਾ ਹੋਣ ਦਾ ਮਤਲਬ ਦੱਸਦਾ ਵੀ ਇਹਨਾਂ ਨੇ ਸਿਰਫ ਸੇਵਾ ਹੀ ਕਰਨੀ ਹੈ ਨਾ। ਤੇ ਜਿਵੇਂ ਵੈਸ਼ ਨੇ ਉਹਨਾਂ ਨੇ ਸਿਰਫ ਵਪਾਰ ਤੇ ਲੋਕਾਂ ਦੇ ਖਾਣ ਪੀਣ ਦੇ ਲਈ ਉਪਜ ਪੈਦਾ ਕਰਨੀ ਹੈ, ਖੱਤਰੀਆਂ ਨੇ ਲੜਨਾ ਹੈ, ਬ੍ਰਾਹਮਣਾਂ ਨੇ ਜਿਹੜਾ ਪੂਜਾ ਪਾਠ ਦਾ ਜਾਂ ਗਿਆਨ ਦਾ ਜਿਹੜਾ ਉਹਨੂੰ ਹੁਣ ਆਮ ਬੰਦਾ ਤਾਂ ਵਿਦਿਆ ਵੀ ਨਹੀਂ ਪ੍ਰਾਪਤ ਕਰ ਸਕਦਾ, ਹੈ ਨਾ, ਸੰਸਕ੍ਰਿਤ ਪੜ੍ਹਨਾ ਸਭ ਨੂੰ ਅਲਾਉਡ ਨਹੀਂ। ਇੱਕ ਮੈਂ ਜਦੋਂ ਕਿਤੇ ਗਿਆਨੀ ਕਰਦਾ ਸੀ ਤੇ ਮੇਰੇ ਅਜੇ ਤੱਕ ਕੋਈ ਸਵਾਲ ਅੜਦਾ ਕਈ ਵਾਰ, ਜਿਵੇਂ ਤੁਸੀਂ ਜਿਹੜੇ 4 ਵੇਦਾਂ ਦਾ ਤਾਂ ਜ਼ਿਕਰ ਸੁਣਦੇ ਆ ਕਿ ਧਰਮ ਦੇ ਮੁੱਢ ਉਹਨਾਂ ਵੇਦਾਂ ਤੇ ਆ, ਉਹਨਾਂ ਦੇ ਵਿੱਚੋਂ ਕਈ ਹੋਰ ਵੇਦ ਜਾਂ ਸ਼ਾਸਤਰ ਵੀ ਸੀ, ਜਿੱਦਾਂ ਮਾਰਕੰਡੇ ਪ੍ਰਾਣ ਦੀ ਗੱਲ ਕਰਦੇ ਜਿਸ ਚੋਂ ਚੰਡੀ ਦੀ ਆਵਾਜ਼ ਸੀ ਕਹਿੰਦੇ ਨੇ ਗੁਰੂ ਸਾਹਿਬ ਨੇ ਲਈ, ਇਹ ਚੀਜ਼ਾਂ ਉਹਨਾਂ ਵੇਦਾਂ ਦਾ ਹਿੱਸਾ ਨੇ ਜਾਂ ਨਾ ਵੇਦ ਨੇ ਜਿਹੜੇ ਹਰੇਕ ਵੇਦ ਦੇ 4 ਹਿੱਸੇ ਨੇ। ਹਾਂਜੀ, ਇੱਕ ਹੈਗਾ ਉਹਨੂੰ ਅਸੀਂ ਸੰਹਿਤਾ ਕਹਿੰਦੇ ਆ, ਜਾਨੀ ਮੰਤਰ ਪਾਰਟ ਹੈ ਉਹਦਾ। ਅੱਛਾ ਜੀ, ਹਾਂ, ਉਹ ਮੰਤਰ ਨੇ ਵੀ ਹਰ ਇੱਕ ਦੇਵਤੇ ਦੇ ਲਈ ਬਣੇ ਹੋਏ ਹੈ ਨਾ। ਹਰੇਕ ਵੇਦ ਦੇ 4 ਹਿੱਸੇ ਨੇ, ਸੰਹਿਤਾ ਪਾਰਟ ਤੇ ਬ੍ਰਾਹਮਣ ਗ੍ਰੰਥ, ਆਰਣਿਕ ਗ੍ਰੰਥ ਤੇ ਉਪਨਿਸ਼ਦ। ਉਪਨਿਸ਼ਦ ਹੈ ਜਿਹੜਾ ਉਹ ਵੇਦ, ਹਰ ਇੱਕ ਵੇਦ ਦੇ ਆਪਣੇ ਆਪਣੇ ਉਪਨਿਸ਼ਦ ਨੇ, ਆਪਣੇ ਆਪਣੇ ਉਹਨਾਂ ਦੇ ਬ੍ਰਾਹਮਣ ਗ੍ਰੰਥ ਨੇ, ਆਪਣੇ ਆਪਣੇ ਉਹਨਾਂ ਦੇ ਆਰਣਿਕ ਗ੍ਰੰਥ ਨੇ। ਤੇ ਉਹ ਇਹ ਸਾਰੇ ਇਸ ਗੱਲ ਨਾਲ ਰਿਲੇਟਡ ਨੇ ਕਿ ਕਿਹੜੇ ਸਮੇਂ ਦੇ ਵਿੱਚ, ਜਿਵੇਂ ਹੁਣ ਆਪਾਂ ਆਸ਼ਰਮ ਧਰਮ ਦੀ ਗੱਲ ਕੀਤੀ ਵੀ ਪਹਿਲੇ 25 ਸਾਲ ਨੇ ਜਿਹੜੇ ਉਹਦੇ ਵਿੱਚ ਤੁਸੀਂ ਵਿਦਿਆ ਗ੍ਰਹਿਣ ਕਰਨੀ ਆ ਆਪਣੇ ਆਪਣੇ ਵਰਨ ਦੇ ਮੁਤਾਬਕ। ਠੀਕ ਹੈ। ਦੂਸਰਾ ਜਿਹੜਾ ਪੀਰੀਅਡ ਹੈ ਉਹ ਹੈਗਾ ਗ੍ਰਸਥ ਆਸ਼ਰਮ ਦਾ, ਉਹ ਹੈਗਾ 26 ਸਾਲ ਤੋਂ 50 ਸਾਲ ਦੀ ਉਮਰ ਤੱਕ ਦਾ। ਉਹਦੇ ਵਿੱਚ ਤੁਸੀਂ ਸਿਰਫ ਗ੍ਰਸਥ ਧਰਮ ਦਾ ਪਾਲਣ ਕਰਨਾ ਹੈ, ਪਿਤਰੀ ਧਰਮ ਉਹਦੇ ਵਿੱਚ ਹੈ, ਤੁਸੀਂ ਤੁਹਾਡੇ ਪਿਤਰਾਂ ਦੇ ਲਈ ਜਾਂ ਬਜ਼ੁਰਗਾਂ ਦੇ ਲਈ ਕੀ ਤੁਹਾਡਾ ਹੈਗਾ, ਸਮਾਜ ਦੇ ਲਈ ਕੀ ਹੈ। ਅੱਛਾ, 50 ਸਾਲ ਦੀ ਉਮਰ ਤੋਂ ਬਾਅਦ ਫਿਰ ਆ ਜਾਂਦਾ ਕੀ ਕਹਿੰਦੇ ਹੁੰਦੇ ਨੇ ਵਾਨਪ੍ਰਸਥ ਆਸ਼ਰਮ। ਵਾਨਪ੍ਰਸਥ ਆਸ਼ਰਮ ਹੈ ਕਿ ਤੁਸੀਂ ਭਗਤੀ ਕਰਨ ਦੇ ਲਈ ਜੰਗਲ ਦੇ ਵਿੱਚ ਜਾਂਦੇ ਹੋ, ਹੈ ਨਾ। ਉਹ 50 ਤੋਂ 75 ਸਾਲ ਦੀ ਉਮਰ ਤੱਕ ਦਾ ਹੋ ਗਿਆ। ਫਿਰ ਹੈਗਾ ਸੰਨਿਆਸ ਆਸ਼ਰਮ। ਸੰਨਿਆਸ ਆਸ਼ਰਮ ਹੈ ਜਿਹੜਾ ਉਹ 75 ਸਾਲ ਦੀ ਉਮਰ ਤੋਂ 100 ਸਾਲ ਦਾ ਇਮੇਜਿਨ ਕਰਕੇ ਹੋਇਆ, ਤੇ ਉਹਦੇ ਵਿੱਚ ਸੰਨਿਆਸੀ ਹੈ ਜਿਹੜਾ ਉਹ ਪੂਰਨ ਤਿਆਗੀ ਹੈ। ਉਹਦਾ ਮਤਲਬ ਇੱਕ ਹੀ ਵਿਅਕਤੀ 4 ਤਰ੍ਹਾਂ 4 ਉਹਦੇ ਆਸ਼ਰਮ ਨੇ, 4 ਉਹਦੇ ਵਰਨ ਨੇ सोसाइटी ਦੇ ਚਾਰ ਪ੍ਰੈਕਟੀਕਲੀ ਤੇ ਡਾਕਟਰ ਸਾਹਿਬ ਇਦਾਂ ਨਹੀਂ ਹੁੰਦਾ ਜੇ ਸੰਨਿਆਸੀ ਹੈ ਤੇ ਮੁੱਢ ਕਦੀਮ ਤੋਂ ਸੰਨਿਆਸੀ ਹੈ ਤੇ ਸੰਨਿਆਸੀ ਬਣ ਜਾਂਦਾ ਇਹ ਤਾਂ ਹੁਣ ਹੋ ਗਿਆ ਬ੍ਰਹਮਚਾਰੀ ਹੈ ਤੇ ਬ੍ਰਹਮਚਾਰੀ ਹੋ ਗਿਆ ਜਿਹੜਾ ਪਹਿਲਾ ਕੀਤਾ ਹੋਇਆ ਨਾ ਵੰਡ ਕੀਤੀ ਹੋਈ ਉਹ ਇਸ ਤਰ੍ਹਾਂ ਨਹੀਂ ਹੈ ਕਿ ਵੀ ਜਿਸ ਤਰ੍ਹਾਂ ਮਤਲਬ ਹੁਣ ਇਹ ਸਾਰਾ ਚੱਲ ਰਿਹਾ ਵੀ ਸੰਨਿਆਸੀ ਸ਼ੁਰੂ ਤੋਂ ਹੀ ਸੰਨਿਆਸੀ ਬਣ ਗਏ ਜਾਂ ਬ੍ਰਹਮਚਾਰੀ ਜਿਹੜਾ ਸ਼ੁਰੂ ਤੋਂ ਹੀ ਬ੍ਰਹਮਚਾਰੀ ਹੈ ਤੇ ਪਹਿला मनुख की लाइफ में इस तरह नाल वंडिया होया कि जिहड़ा गृहस्थ आश्रम है वह भी जरूरी है सोसाइटी नूं अगे वधाउण दे वास्ते भी ते अपना जिहड़ा धर्म है उहनूं पूरा करन दे लई भी है ना 25 साल की उम्र तो बाद आके विआह कराउंदा बंदा गृहस्थ दे विच प्रवेश करदा ਤੇ ਉਹ ਆਪਣੇ ਫਿਰ ਸੋ ਇਹਨਾਂ ਸਾਰੀਆਂ ਜਿਹੜੀਆਂ ਚੀਜ਼ਾਂ ਬਣੀਆਂ ਸੀ ਜਿਹੜੀਆਂ ਮਿੱਥਾਂ ਸੀ ਇਹਨਾਂ ਤੋਂ ਉਲਟ ਇੱਕ ਲਹਿਰ ਚਲਾਈ ਗੁਰੂ ਨਾਨਕ ਨੇ ਤੇ ਇੱਕ ਮੈਂ ਚੀਜ਼ ਹੋਇਆ ਇਹ ਤਾਂ ਮੈਂ ਭੁੱਲ ਜਾਣੀ ਅੱਗੇ ਜਾ ਕੇ ਸਿੱਖ ਧਰਮ 'ਚ ਵੀ ਅੱਜ ਕੱਲ ਬੜਾ ਇਹ ਸ਼ਬਦ ਬਹਿੰਗਮ ਵਰਤਿਆ ਜਾਂਦਾ ਉਹਦਾ ਕੀ ਮਤਲਬ ਹੈ ਇਹ ਬਹਿੰਗਮ ਕਹਿੰਦੇ ਨੇ ਜਿਹੜਾ ਟੁੱਟਿਆ ਹੋਇਆ ਹੋਵੇ ਸਮਾਜ ਨਾਲੋਂ ਮੇਰਾ ਖਿਆਲ ਹੈ पर वो कहते हैं कि जेड़े जिस तरह नानकसरी ये शब्द वरतदे ने जेड़े बंदे वो शादी नहीं कराउंदे जिन्हों ब्रह्मचारी कहते हैं इत्थे भंगम शब्द तुसीं एक गल अपने माइंड दे विच पक्की बिठा लो मन दे विच कि गुरु नानक दा धर्म है जेड़ा ओह गृहस्थ धर्म है समाजिक धर्म है ओह गृहस्थ दे त्याग नूं आग्या नहीं हैगी सिख धर्म दे विच ये जेड़े डेरे ने ना संत ने ये बिहंगम की गल जां सोसाइटी तो परे जाण दी गल करदे है ਤੇ ਗੁਰੂ ਨਾਨਕ ਸਾਹਿਬ ਤੋਂ ਸਾਰੇ ਗੁਰਬਾਣੀ ਫੋਲ ਜਾਨੀ ਕਿ ਰੱਦ ਕੀਤੀ ਹੋਈ ਫਿਲਾਸਫੀ ਨੂੰ ਦੁਬਾਰਾ ਦੁਬਾਰਾ ਉਹਨੂੰ ਕਰ ਰਹੇ ਨੇ ਇਹ ਮਲਬੋਬਾ ਹੋ ਰਿਹਾ ਸਿੱਖ ਧਰਮ ਦੇ ਵਿੱਚ ਹੈ ਨਾ ਤੁਸੀਂ ਦੇਖੋ ਆਪਣੇ ਗੁਰੂ ਨਾਨਕ ਆਪਾਂ ਹੁਣ ਗੁਰੂ ਨਾਨਕ ਬਾਣੀ ਪੜ੍ਹੀਏ ਸਾਰੇ ਸ੍ਰੀ ਗੁਰੂ ਨਾਨਕ ਸਾਹਿਬ ਦੇ ਉੱਥੇ ਤਾਂ ਕਹਿੰਦੇ ਉਦਮ ਕਰੇਂਦਿਆਂ ਜੀ ਉਹ ਤੂੰ ਕਮਾਉਂਦਿਆਂ ਸੁਖ ਪਹੁੰਚ ਹੈ ਨਾ ਤੇ ਉੱਥੇ ਤਾਂ ਕਮਾ ਕੇ ਉਦਮ ਕਰਕੇ ਤਾਂ ਤੁਸੀਂ ਮਤਲਬ ਸਮਾਜ ਦੇ ਵਿੱਚ ਰਹਿ ਕੇ ਹਸੰਦਿਆਂ ਖਲੰਦਿਆਂ ਵਿੱਚੇ ਹੋਇਆ ਮੁਕਤ
ਇਹਦੀ ਗੱਲ ਕੀਤੀ ਗਈ ਹੈ। ਤੇ ਉਹ ਜ਼ਿੰਦਗੀ ਤੋਂ ਪਰੇ ਜਾਣ ਦਾ ਤਾਂ ਕੋਈ ਮਕਸਦ ਨਹੀਂ। ਉਹ ਤਾਂ ਹੋਰ ਵੀ ਉਹਨਾਂ ਨੇ ਜਿੱਦਾਂ ਮੈਂ ਸੌਖੀਆਂ ਜੀਆਂ 17 ਤੁਸੀਂ ਬੜਾ ਗੂੜ ਗਿਆਨ ਹੈ ਮੇਰੇ ਕੋਲ, ਉਹ ਆਪ ਕਮਾਏ ਕੁਝ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ, ਉਹ ਚ ਵੀ ਕਿਰਤ ਖਾਏ ਕਿ ਖਾਏ ਦੇ ਨਾਨਕ ਰਾਹ ਪਛਾਣਾ ਸੀ। ਜਿਹੜਾ ਬੰਦਾ ਕਮਾਈ ਕਰਦਾ ਆਪਣੇ ਹੱਥਾਂ ਦੇ ਨਾਲ ਤੇ ਉਹਦੇ ਵਿੱਚੋਂ ਫਿਰ ਦਸਵੰਧ ਕੱਢ ਕੇ ਜਾਂ ਕਹਿ ਲਓ ਵੀ ਦੂਸਰੇ ਦੀ ਲੋੜ ਦੇ ਵਾਸਤੇ ਵੰਡ ਕੇ ਖਾਂਦਾ, ਉਹਨੂੰ ਰਸਤੇ ਦੀ ਪਛਾਣ ਆਉਂਦੀ ਹੈ ਵੀ ਕਿਹੜੇ ਰਾਹ ਦੇ ਉੱਤੇ ਤੁਸੀਂ ਮਾਰਗ ਦੇ ਉੱਤੇ ਚੱਲਣਾ। ਜਰੀਏ ਤੇ ਪ੍ਰੈਕਟੀਕਲ ਇੱਕ ਸਮਾਜ ਹੈ, ਧਰਮ ਤੇ ਸਮਾਜ ਹੈ। ਇਸੇ ਕਰਕੇ ਗੁਰੂ ਨਾਨਕ ਦਾ ਜਿਹੜਾ ਸ਼ੁਰੂ ਕੀਤਾ ਹੋਇਆ ਧਰਮ ਹੈ ਉਹਨੂੰ ਅਸੀਂ ਸਮਾਜਿਕ ਧਰਮ ਕਹਿੰਦੇ ਨੇ। ਤੇ ਉਹ ਆਪਾਂ ਵੇਖਦੇ ਹਾਂ, ਤੁਸੀਂ ਪੜ੍ਹੋ ਸਿੱਧ ਗੋਸ਼ਟ ਤੇ ਉਹ ਜਦੋਂ ਜੋਗੀ ਉਹਨਾਂ ਨੂੰ ਪੁੱਛਦੇ ਨੇ ਤੁਸੀਂ ਕੀ ਲੈਣ ਆਏ ਹੋ ਤੇ ਉਹਦੇ ਮਾਤ ਲੋਕ ਵਿੱਚ ਕੀ ਵਰਤਾਰਾ ਹੋ ਰਿਹਾ, ਤੇ ਗੁਰੂ ਨਾਨਕ ਉੱਥੇ ਕਹਿੰਦੇ ਨੇ ਜਿਨ੍ਹਾਂ ਲੋਕਾਂ ਨੇ ਗਾਈਡ ਕਰਨਾ, ਕਿਉਂਕਿ ਜੋਗੀ ਹੈ ਜਿਹੜਾ ਉਹਨੂੰ ਗਿਆਨੀ ਮੰਨਿਆ ਜਾਂਦਾ ਵੀ ਜਿਹੜੇ ਗਿਆਨਵਾਨ ਲੋਕ ਨੇ ਉਹਨਾਂ ਨੇ ਤਾਂ ਸਮਾਜ ਨੂੰ ਕਰਨਾ ਹੈਗਾ, ਗਾਈਡ ਕਰਨਾ, ਤੇ ਜਿਨ੍ਹਾਂ ਨੇ ਗਿਆਨ ਦੇਣਾ, ਜਿਨ੍ਹਾਂ ਨੇ ਗਾਈਡ ਕਰਨਾ ਉਹ ਤਾਂ ਪਿੰਡੇ ਤੇ ਸਵਾਹ ਮਲ ਕੇ ਆ ਕੇ ਬੈਠ ਕੇ ਤੁਸੀਂ ਪਹਾੜਾਂ ਦੇ ਉੱਤੇ ਤੇ ਉਹਦਾ ਮਾਤਰਾ ਕਿਸ ਕਿਸਮ ਦਾ ਚੜ ਬੈਠੇ ਸਿੱਧ ਚੜ ਬੈਠੇ ਪਰਵਤੀ ਕੌਣ ਜਗਤ ਕੋ ਪਾਰ ਉਤਾਰਾ ਕੌਣ ਕਰੂਗਾ, ਜਾਂ ਤੁਸੀਂ ਜਿਨ੍ਹਾਂ ਨੇ ਲੋਕਾਂ ਨੂੰ ਮਾਰਗ ਦੱਸਣਾ ਹੈ ਕਿ ਤੁਸੀਂ ਆਹ ਕਰੋ ਆਹ ਨਾ ਕਰੋ, ਉਹ ਤੁਸੀਂ ਤਾਂ ਪਾਸੇ ਹੋ ਕੇ ਬਹਿ ਗਏ ਸਮਾਜ ਤੋਂ। ਸੋ ਇਸ ਕਰਕੇ ਜਿਹੜਾ ਇਹ ਕਹਿੰਦੇ ਆ ਵੀ ਬੇਹੰਗਮ ਜਾਂ ਮਤਲਬ ਬ੍ਰਹਮਚਾਰੀ, ਇਹ ਗੁਰੂ ਨਾਨਕ ਸਾਹਿਬ ਦੀ ਜਾਂ ਸਿੱਖ ਧਰਮ ਦੀ ਫਿਲਾਸਫੀ ਨਹੀਂ ਹੈ ਇਹ, ਹੈ ਨਾ। ਤੁਹਾਡੇ ਸਾਹਮਣੇ ਸਾਰੇ ਗੁਰੂ ਸਾਹਿਬਾਨ ਨੇ ਵਿਆਹ ਕਰਾਏ ਨੇ, ਆਪਣੇ ਪਰਿਵਾਰ ਵਸਾਏ ਨੇ, ਸਮਾਜ ਨੂੰ ਅੱਗੇ ਲੈ ਕੇ ਗਏ ਨੇ, ਸਮਾਜ ਦੇ ਵਿੱਚ ਵਿਚਰੇ ਨੇ। ਤੁਸੀਂ ਦੇਖੋ ਗੁਰੂ ਨਾਨਕ ਸਾਹਿਬ ਜਦੋਂ ਕਰਤਾਰਪੁਰ ਆ ਕੇ ਖੇਤੀ ਕਰਨ ਲੱਗਦੇ ਨੇ, ਉਹ ਸਾਰੀ ਦੁਨੀਆ ਦਾ ਫਿਰ ਉਹਨਾਂ ਨੇ ਇੱਕ ਡੇਰੇ ਤੇ ਬੈਠ ਕੇ ਨਹੀਂ ਪ੍ਰਚਾਰ ਕੀਤਾ, ਉਹਨਾਂ ਨੇ 4 ਉਦਾਸੀਆਂ ਕੀਤੀਆਂ। ਉਹ ਕਾਹਦੇ ਲਈ ਕੀਤੀਆਂ? ਉਹਨਾਂ ਨੇ ਉਹਨਾਂ ਦਿਨਾਂ ਦੇ ਵਿੱਚ ਮਤਲਬ ਸਾਰੇ ਤੁਸੀਂ ਆਪਾਂ ਕੁਰੂਕਸ਼ੇਤਰ ਦਾ ਪੜ੍ਹਦੇ ਵੀ ਸੂਰਜ ਗ੍ਰਹਿਣ ਲੱਗਿਆ ਹੋਇਆ ਸੀ, ਉਦੋਂ ਗੁਰੂ ਨਾਨਕ ਸਾਹਿਬ ਉੱਥੇ ਗਏ ਤੇ ਪਾਣੀ ਉਲਟ ਦਿਸ਼ਾ ਵਿੱਚ ਦੇ ਰਹੇ ਸੀ। ਲੋਕ ਪੁੱਛਦੇ ਆ ਵੀ ਤੁਸੀਂ ਇੱਧਰ ਨੂੰ ਪਾਣੀ ਕਿਉਂ ਦੇ ਰਹੇ ਹੋ? ਉਹ ਕਹਿੰਦੇ ਮੈਂ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਕਰਤਾਰਪੁਰ। ਉਹ ਕਹਿੰਦੇ ਉੱਥੇ ਤੱਕ ਪਾਣੀ ਪਹੁੰਚੂ, ਉਹ ਕਹਿੰਦੇ ਜੇ ਮੇਰੇ ਖੇਤਾਂ ਤੱਕ ਨਹੀਂ ਪਹੁੰਚੂ ਤਾਂ ਉਹ ਸੂਰਜ ਕਿੱਦਾਂ ਪਹੁੰਚੂ, ਉੱਥੇ ਤੁਹਾਡੇ ਪਿੱਤਰਾਂ ਤੱਕ ਕਿਵੇਂ ਪਹੁੰਚੂਗਾ ਇਹ, ਹੈ ਨਾ। ਤੇ ਆਸਾ ਦੀ ਵਾਰ ਤੁਸੀਂ ਪੜ੍ਹੋ, ਉਹਦੇ ਵਿੱਚ ਉਹ ਕਹਿੰਦੇ ਆ ਵੀ ਤੁਸੀਂ ਕੀ ਕਹਿੰਦੇ ਹੁੰਦੇ ਨੇ, ਜੇ ਚੋਰੀ ਦੇ ਮਾਲ ਨਾਲ ਸਪੋਜ਼ ਕੀਤਾ ਜਾਂ ਠੱਗੀ ਦੇ ਮਾਲ ਦੇ ਨਾਲ ਤੁਸੀਂ ਪਿਤਰਾਂ ਨੂੰ ਦਾਨ ਕਰਦੇ ਹੋ, ਹੈ ਨਾ, ਤੇ ਜੇ ਅੱਗੇ ਜਾ ਕੇ ਉੱਥੇ ਵਸਤ ਪਛਾਣ ਲਈ ਵੀ ਇਹ ਕਿੱਥੋਂ ਚੋਰੀ ਕੀਤੀ ਹੋਈ ਹੈ, ਫਿਰ ਕੀ ਕਰੋਗੇ? ਤੁਹਾਡੇ ਪਿਤਰਾਂ ਨੂੰ ਤੇ ਚੋਰ ਗਿਰਦਾਨਿਆ ਜਾਊਗਾ ਫਿਰ ਉੱਥੇ, ਹੈ ਨਾ। ਮਤਲਬ ਇਹ ਹੈ ਵੀ ਸੱਚੀ ਸੁੱਚੀ ਕਿਰਤ ਕਰਕੇ ਖਾਓ। ਤੇ ਤੁਸੀਂ ਇਹ ਜਿਹੜਾ ਸਮਾਜ ਹੈ ਜਾਂ ਇਹ ਜਿਹੜੀ ਲਾਈਫ ਹੈ ਇਹਦੇ ਬਾਰੇ ਸੋਚੋ ਕਿ ਇਹ ਕਿੱਧਰ ਨੂੰ ਜਾ ਰਹੀ ਹੈ। ਤੇ ਸੋ ਉਹ ਤੁਸੀਂ ਗੱਲ ਕਰ ਰਹੇ ਸੀ, ਹਰੇਕ ਵੇਦ ਦੇ 4 ਹਿੱਸੇ ਨੇ ਤੇ ਜਿਹੜਾ ਉਪਨਿਸ਼ਦ ਭਾਗ ਹੈ ਉਹ ਉਹਨਾਂ ਦਾ ਫਿਲੋਸੋਫੀਕਲ ਪਾਰਟ ਹੈ, ਹੈ ਨਾ। ਤੇ ਜਿਹੜੇ ਤੁਸੀਂ ਆਪਾਂ ਗੱਲ ਕਰਦੇ ਹਾਂ, ਫਿਰ ਇਹ ਤੋਂ ਬਾਅਦ 6 ਸਿਸਟਮ ਆਉਂਦੇ ਨੇ, ਉਹ ਵੀ ਫਿਲੋਸਫੀ ਦੇ ਸਿਸਟਮ ਨੇ। ਉਹਨਾਂ ਨੇ ਆਪਣਾ ਕੀ ਕਹਿੰਦੇ ਹੁੰਦੇ ਨੇ, ਨਿਆਏ ਵਿਸ਼ੇਸ਼ਕ, ਸਾਂਖ, ਯੋਗ, ਇਹ ਆਪਣਾ वेदांत। सो डॉक्टर साहब फिर ये बड़ा गुंझलदार मसला आ। सो जे हिंदुइज्म की गल कर लीए, जे पूर्ण संपूर्ण तौर पर कोई बंदा धर्म नूं समझना होवे, इहदा मतलब उन्होंने फिलोसफी भी पढ़नी पैगी, संस्कृत पढ़नी पैगी ना उन्होंने पढ़न लई, ते उह तों समझण लई फिर उन्होंने बहुत कुछ डीप जिहड़ा स्टडी करनी पैगी, फिर ही ओहदे जिहड़े मीनिंग है। इस करके तां हुण ओह क्योंकि आम बंदा पढ़दा नहीं है, बरीकियां च जा नहीं सकदा हैगा। जो पुजारी क्लास का जिवें जी करता बस उन्होंने सौखा जिहा काम बनाता। जिहड़े पंडित लोग ने जिहड़े तिलक ला के बैठे हुंदे आ, जां किसे दा अजकल जिहड़े कार विहार जिद्दां कराउंदे, कोई शादियां कराउंदे हिंदू धर्म दी मनौतां दे मुताबिक, वो लोग भी वेखण नूं लगदा नहीं कि बड़े फिलोसफर जां बहुत डीप स्टडी करके है ना। हुण देखो जिवें जिद्दां साडे ग्रंथी आ तक मेरा ख्याल है, मैनूं बहुत ज़्यादा नहीं पता हैगा मतलब पुजारी क्लास बारे। जिवें मैं तुहानूं दस्सिआ भी हरेक वेद दे अपने पंडित ने, है ना, उन्होंने पढ़न वाले। तो इस तरह जेडे विआह कराउंदे ने वो अलग पंडित हुंदे ने, उन्होंने वो मंत्र इन्ने दे रटे होए हुंदे ने, है ना। पूजा पाठ कराउण वाले अलग ने। यही तो गल है ना भी वो सिस्टम सोसाइटी का इन्ना ज़्यादा कॉम्प्लीकेटेड कर दिता। ते ये जेडे हैगे ने पुराण ना कथा कहानियां ने। अच्छा जी, हाँ, ये कथा कहानियां ने, बखरे बखरे लिखे गए शिव पुराण है ना, होर सारे इस किस्म के है। जे डॉक्टर साहब इन्हूं समझना होवे होर तां मैं थोड़ा जिहा होर तुहानूं इस्लाम वाले पासे लेके जाना। इस्लाम दा जिहड़ा पवित्र है कुरान शरीफ है, हाँ जी हाँ जी, पर जिहड़ियां हदीस ने बाद च नाल हाँ वो कोड ऑफ कंडक्ट आ जांदी, ਉਹਦੇ ਨਾਲ जोड़ सकते कि ਉਹਨੂੰ एक्सप्लेनेशन है ਉਹਦੀ कोई कि किस तरह हदीसां भी इस तरह ही ने कुछ कहंदे। हाँ हदीसां भी मेरे ख्याल च मैनूं देखो बहुत ज़्यादा नहीं पता हैगा,
ਕਿਉਂਕਿ ਕੁਰਾਨ ਸ਼ਰੀਫ ਤਾਂ ਮੰਨਿਆ ਜਾਂਦਾ ਵੀ ਹਜ਼ਰਤ ਮੁਹੰਮਦ ਸਾਹਿਬ ਨੂੰ ਜੋ ਉੱਤੋਂ ਉਹਨਾਂ ਨੂੰ ਮਤਲਬ ਇਲਹਾਮ ਹੋਇਆ ਉਹ ਉਹਨਾਂ ਨੇ ਮਤਲਬ ਹੈਗਾ ਤੇ ਲੋ ਤਖਤੀ ਤੇ ਲਿਖਦਾ ਹੋਇਆ। ਹਾਂਜੀ ਹਾਂਜੀ ਹਾਂਜੀ। ਪਰ ਡਾਕਟਰ ਸਾਹਿਬ ਕੁਝ ਲੋਕ ਜਿਹੜੇ ਇਸਲਾਮ ਨੂੰ ਮੰਨਣ ਵਾਲੇ ਆ ਨਾ, ਜਦੋਂ ਉਹਨਾਂ ਤੋਂ ਸਵਾਲ ਕੁਝ ਹੁੰਦੇ ਨੇ ਮਤਲਬ ਇਸ ਤਰ੍ਹਾਂ ਦੇ ਕਿ ਜਿਹੜੇ ਲੱਗਦਾ ਹੈ ਕਿ ਅੱਜ ਦੇ ਸਮੇਂ ਦੇ ਮੁਤਾਬਕ ਉਹ ਪੂਰੇ ਨਹੀਂ, ਤਰਕ ਤੇ ਨਹੀਂ ਪੂਰੇ ਉਤਰਦੇ, ਤੇ ਫਿਰ ਉਹ ਅਕਸਰ ਕਹਿੰਦੇ ਨੇ ਜੀ ਇਹ ਕੁਰਾਨ ਸ਼ਰੀਫ ਦੀ ਨਹੀਂ ਹੈ ਜੀ, ਆਇਤ ਨਹੀਂ ਹੈਗੀ, ਇਹ ਤਾਂ ਹਦੀਸਾਂ ਜੋ ਆ। ਉਹਦਾ ਜਦੋਂ ਲਾਗੂ ਕਰਨ ਦਾ ਇਸਲਾਮ ਨੂੰ ਗੱਲ ਆਉਂਦੀ ਹੈ ਤੇ ਉਹ ਸਾਰਾ ਹਦੀਸਾਂ ਨੂੰ ਹੀ ਫਾਲੋ ਕਰਦੇ ਆ ਕਿ ਹਦੀਸ ਪੁਰਾਣੀ ਹਦੀਸ ਚ ਲਿਖਿਆ। ਨਹੀਂ ਇਹ ਹੀ ਤਾਂ ਗੱਲ ਹੈ ਨਾ। ਹੁਣ ਦੇਖੋ ਇਸਲਾਮ ਦੇ ਬਾਰੇ ਵੀ ਜੇ ਆਪਾਂ ਕਹੀਏ, ਹਰੇਕ ਬੰਦੇ ਨੂੰ ਤਾਂ ਅਰਬੀ ਆਉਂਦੀ ਨਹੀਂ ਹੈ। ਕੁਰਾਨ ਸ਼ਰੀਫ ਤਾਂ ਪਵਿੱਤਰ ਕੁਰਾਨ ਸ਼ਰੀਫ ਅਰਬੀ ਭਾਸ਼ਾ ਦੇ ਵਿੱਚ ਹੈ ਨਾ। ਉਹ ਵੀ ਹੁਣ ਇਸ ਕਰਕੇ ਤਾਂ ਪੰਡਿਤ ਤੇ ਮੁੱਲਾ ਜਾਂ ਭਾਈ ਜੀ ਆਪਾਂ ਕਹਿ ਲਈਏ ਲੋਕਾਂ ਨੂੰ ਆਪਸ ਵਿੱਚ ਲੜਾਉਂਦੇ ਨੇ, ਕਿਉਂਕਿ ਜਦੋਂ ਲੋਕਾਂ ਨੂੰ ਸਮਝ ਨਹੀਂ ਹੁੰਦੀ, ਤੁਸੀਂ ਜਦੋਂ ਆਪਾਂ ਡਾਇਰੈਕਟ ਹੁਣ ਸ਼ਬਦ ਗੁਰੂ ਦੇ ਲੜ ਲਾਇਆ ਗੁਰੂ ਮਹਾਰਾਜ ਨੇ, ਉਹ ਇਸੇ ਕਰਕੇ ਲਾਇਆ ਨਾ ਵੀ ਇਹਨੂੰ ਆਪ ਬਾਣੀ ਨੂੰ ਪੜ੍ਹੇ ਤੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਆਪਾਂ ਵੀ ਸਾਡੇ ਲਈ ਕਿਹਾ ਕੀ ਹੈ ਹਨਾ। ਤੇ ਹੁਣ ਉਹ ਵੀ ਜਿਸ ਤਰ੍ਹਾਂ ਮੁੱਲਾ ਨੇ ਇੰਟਰਪ੍ਰੈਟ ਕਰ ਦੇਣਾ, ਜਿਵੇਂ ਉਹਨੂੰ ਦੱਸ ਦੇਣਾ, ਲੋਕ ਉਵੇਂ ਫੋਲੋ ਕਰਦੇ ਨੇ। ਹਦੀਸਾਂ ਨੇ ਜਿਹੜੀਆਂ ਇਹ ਮੇਰਾ ਖਿਆਲ ਹੈ ਕੋਡ ਆਫ ਕੰਡਕਟ ਨੇ ਜਿਹੜੀਆਂ ਪਿੱਛੋਂ ਤਿਆਰ ਕੀਤੀਆਂ ਗਈਆਂ ਨੇ ਹਾਂ। ਜਿਵੇਂ ਆਪਾਂ ਰਹਿਤ ਮਰਿਆਦਾ ਤਿਆਰ ਕਰ ਲੈਂਦੇ ਆ ਜਾਂ ਉਹ ਕਰ ਲੈਂਦੇ ਆ ਨਿਯਮ ਕਰ ਲੈਂਦੇ। ਡਾਕਟਰ ਸਾਹਿਬ ਇੱਕ ਚੀਜ਼ ਮੈਂ ਇੱਥੇ ਮੈਨੂੰ ਲੱਗਦੀ ਆ, ਜਿੱਦਾਂ ਅਸੀਂ ਕਹਿ ਦਿੰਦੇ ਆ ਕਿ ਜਿਹੜੇ ਵੇਦ ਨੇ ਉਹ ਗੂੜ ਸੰਸਕ੍ਰਿਤ ਚ ਆ ਤੇ ਲੋਕੀ ਪੜ੍ਹ ਨਹੀਂ ਸਕਦੇ ਉਹਨਾਂ, ਕਿਉਂਕਿ ਭਾਸ਼ਾ ਪੁਰਾਣੀ ਹੋ ਗਈ, ਹੁਣ ਲੋਕੀ ਸੰਸਕ੍ਰਿਤ ਤੋਂ ਪੜ੍ਹਾਉਣ ਦਾ ਪ੍ਰਬੰਧ ਵੀ ਨਹੀਂ। ਇਸੇ ਤਰ੍ਹਾਂ ਹੀ ਅਰਬੀ ਅਰਬ ਕੰਟਰੀਜ਼ ਤੇ ਹੋ ਸਕਦੀ ਆ। ਜੇ ਕੋਈ ਫਾਲੋਅਰ ਇੰਡੀਆ ਚੋਂ ਬਣਿਆ ਜਾਂ ਦੂਜੇ, ਉਹਨਾਂ ਸਾਰਿਆਂ ਨੂੰ ਪੂਰਾ ਗਿਆਨ ਅਰਬੀ ਦਾ ਨਹੀਂ ਆ, ਥੋੜਾ ਬਹੁਤਾ ਜਿਹੜਾ ਉਹ ਕਰਦੇ ਹੋਣਗੇ, ਉਹਦਾ ਜਿੱਦਾਂ ਘੋਟਾ ਟਾਈਪ ਹੋਏਗਾ। ਤੇ ਹੌਲੀ ਹੌਲੀ ਸਿੱਖ ਧਰਮ 'ਚ ਆਪਾਂ ਬੜਾ ਮਾਣਨਾ ਕਹਿੰਦੇ ਆ ਕਿ ਸਿੰਪਲ ਭਾਸ਼ਾ 'ਚ, ਲੋਕਾਂ ਦੀ ਭਾਸ਼ਾ 'ਚ, ਉਹ ਨਾ ਤੇ ਉਹ ਪੂਰੀ ਗੁਰਮੁਖੀ ਆ, ਨਾ ਉਹ ਪੂਰੀ ਪੰਜਾਬੀ ਆ, ਨਾ ਉਹ ਹਿੰਦੀ ਆ, ਉਹ 'ਚ ਬ੍ਰਿਜ ਭਾਸ਼ਾ ਵੀ ਆ, ਕਈ ਕੁਝ ਮਿਕਸਚਰ ਆ ਤੇ ਲੋਕਾਂ ਨੂੰ ਸਾਰਿਆਂ ਨੂੰ ਸਮਝ ਆ ਜਾਂਦਾ ਸੀ। ਪਰ ਕਿਉਂਕਿ ਉਹਦੀ ਜਿਹੜੀ ਲਿਪੀ ਆ ਉਹ ਗੁਰਮੁਖੀ ਆ। ਹਾਂਜੀ। ਪਰ ਹੌਲੀ ਹੌਲੀ ਹੁਣ ਜਿੱਦਾਂ ਸਾਡੀ ਅਗਲੀਆਂ ਪੀੜ੍ਹੀਆਂ ਗੁਰਮੁਖੀ ਤੋਂ ਵੀ ਦੂਰ ਹੁੰਦੀਆਂ ਜਾ ਰਹੀਆਂ, ਉਸੇ ਪਾਸੇ ਨਹੀਂ। ਜੇ ਅਸੀਂ ਆਪਣੀ ਭਾਸ਼ਾ ਨੂੰ ਨਹੀਂ ਸਿੱਖਾਂਗੇ ਹਾਂ ਮਤਲਬ ਤੇ ਉਹਨੂੰ ਨਹੀਂ ਪੜ੍ਹਦੇ ਹੈਗੇ ਤੇ ਫਿਰ ਦੂਰ ਤੇ ਜਾਵਾਂਗੇ ਨਹੀਂ। ਮੇਰਾ ਸਵਾਲ ਸਿਰਫ ਇੰਨਾ ਆ ਕਿ ਜਿੱਦਾਂ ਇਹ ਸਿਚੁਏਸ਼ਨ ਆ ਸਕਦੀ ਆ, ਸਿਚੁਏਸ਼ਨ ਆ ਸਕਦੀ ਇਹ ਤਾਂ ਕਿਸੇ ਵੀ ਧਰਮ ਦੇ ਉੱਤੇ ਆ ਸਕਦੀ ਹੈ ਹਨਾ। ਹਿਬਰੂ ਵੀ ਹੈ ਜਿਵੇਂ ਹੁਣ, ਉਹ ਸਾਰੇ ਜਿਊਜ਼ ਨੂੰ ਥੋੜੀ ਹਿਬਰੂ ਹੁਣ ਆਉਂਦੀ ਹੈ, ਪੁਰਾਣੀ ਭਾਸ਼ਾ ਹੋ ਗਈ ਉਹ ਹੈਨਾ। ਤੇ ਸਿੱਖ ਧਰਮ ਦਾ ਤਾਂ ਜਿਹੜਾ ਇਹਨੂੰ ਪੋਜ਼ਿਟਿਵ ਪੁਆਇੰਟ ਕਹਿ ਲਈਏ ਜਾਂ ਤੁਸੀਂ ਕੁਝ ਕਹਿ ਲਓ ਵੀ, ਕਿਉਂਕਿ ਪੰਜਾਬ ਦੇ ਵਿੱਚ ਪੈਦਾ ਹੋਇਆ ਉਸ ਖਿੱਤੇ ਦੇ, ਤੇ ਉਹੀ ਇਹਦਾ ਮੇਨ ਸੈਂਟਰ ਹੈ ਤੇ ਉੱਥੇ ਇਹ ਆਮ ਬੋਲੀ ਜਾਣ ਵਾਲੀ ਭਾਸ਼ਾ ਹੈਗੀ ਹੈ। ਵੈਸੇ ਤਾਂ ਜਦੋਂ ਵੇਦ ਰਚੇ ਗਏ ਸੀ ਇਹ ਉਦੋਂ ਆਰੀਅਨਸ ਦੀ ਆਮ ਬੋਲੀ ਜਾਣ ਵਾਲੀ ਭਾਸ਼ਾ ਸੀਗੀ। ਉਹ ਹੌਲੀ ਹੌਲੀ ਭਾਸ਼ਾ ਤੋਂ ਦੂਰ ਹੁੰਦੇ। ਸਾਡੇ ਵੀ ਜਿਹੜੇ ਹੁਣ ਬੱਚੇ ਨੇ ਜਦੋਂ ਉਹ ਨਹੀਂ ਗੁਰਮੁਖੀ ਨੂੰ ਪੜ੍ਹਨਗੇ ਤੇ ਅੰਗਰੇਜ਼ੀ ਵੱਲ ਜਿਵੇਂ ਅੱਜ ਕੱਲ੍ਹ ਜ਼ੋਰ ਹੈਗਾ, ਤੇ ਫਿਰ ਉਹ ਤਾਂ ਤੁਸੀਂ ਫਿਰ ਉਹਨੂੰ ਕਿੱਦਾਂ ਫੋਲੋ ਕਰੋਗੇ? ਬਹੁਤ ਸਾਰੇ ਬੱਚੇ ਆ ਪੰਜਾਬੀ ਬੋਲਦੇ ਆ, ਪੰਜਾਬੀ ਪੜ੍ਹ ਨਹੀਂ ਪਾਉਂਦੇ, ਲਿਖੀ ਹੋਈ ਲਿਪੀ ਤੋਂ ਉਹ ਨਹੀਂ ਪੜ੍ਹ ਪਾਉਂਦੇ, ਉਹਨੂੰ ਰੋਮਨ ਚ ਲਿਖ ਕੇ ਪੜ੍ਹਦੇ ਆ। ਯਾਰ ਆਪਣੇ ਬੱਚਿਆਂ ਨੂੰ ਵੀ ਅਸੀਂ ਦੇਖਦੇ ਆ ਕੋਈ ਚੀਜ਼ ਲਿਖਦੇ ਪੰਜਾਬੀ ਜੀ ਤੇ ਰੋਮਨ ਸਕ੍ਰਿਪਟ ਨੂੰ ਯੂਜ਼ ਕਰਦੇ ਆ, ਪੰਜਾਬੀ ਚ ਕਿਤੇ ਸਾਡੇ ਕੋਲ ਗਲਤੀ ਨਹੀਂ। ਪਰ ਤੁਹਾਨੂੰ ਆਪਣੀ ਸਕ੍ਰਿਪਚਰ ਤੱਕ ਪਹੁੰਚ ਕਰਨ ਦੇ ਲਈ ਮੇਰਾ ਇਹ ਮੰਨਣਾ ਵੀ ਘੱਟੋ ਘੱਟ ਤੁਹਾਨੂੰ ਆਪਣੀ ਸਕ੍ਰਿਪਚਰ ਦੀ ਲੈਂਗੁਏਜ ਜ਼ਰੂਰ ਆਉਂਦੀ ਹੋਣੀ ਚਾਹੀਦੀ ਹੈ। ਜੇ ਤੁਸੀਂ ਉਹਨੂੰ ਸਾਹਿਬ ਮੇਰਾ ਨੀਤਨਾਮਾ ਹੈ ਨਾ, ਅਸੀਂ ਤਾਂ ਮੰਨਦੇ ਹਾਂ ਕਿ ਉਹਨੂੰ ਸਮਝਣ ਦੇ ਲਈ, ਸ਼ਬਦ ਦੇ ਲੜ ਲੱਗਣ ਦੇ ਲਈ, ਬਾਣੀ ਨੂੰ ਜਾਣਨ ਦੇ ਲਈ ਸਕ੍ਰਿਪਚਰ ਦੀ ਭਾਸ਼ਾ ਤਾਂ ਉਹ ਚਾਹੇ ਕੋਈ ਵੀ ਹੈ ਬੰਦਾ, ਉਹਨੂੰ ਆਉਣੀ ਚਾਹੀਦੀ ਹੈ ਜ਼ਰੂਰ। ਬਸ ਮੇਰਾ ਸਵਾਲ ਇੰਨਾ ਸੀ ਕਿ ਆਉਣ ਵਾਲੀਆਂ ਪੀੜ੍ਹੀਆਂ 'ਚ ਜੇ ਨਹੀਂ ਪੜ੍ਹਨਗੇ ਇਹ ਵਾਪਰ ਸਕਦੀ ਹੈ, ਸਾਡੇ ਨਾਲ ਉਹੀ ਗੱਲ ਵਾਪਰ ਸਕਦੀ ਹੈ ਜੋ ਸੰਸਕ੍ਰਿਤ ਵਾਲਿਆਂ ਨਾਲ ਵਾਪਰੀ, ਜੋ ਇਸਲਾਮ ਦੇ ਵਿੱਚ ਅਰਬੀ ਚ ਹੋਣ ਕਰਕੇ ਉਹਨਾਂ ਨਾਲ ਵਾਪਰੀ, ਤੇ ਉਹਦੇ ਮੀਨਿੰਗ ਉਹਨਾਂ ਲੋਕਾਂ ਤੱਕ ਸੀਮਿਤ ਰਹਿ ਗਏ, ਚਾਹੇ ਮੁੱਲਾ ਸੀ ਚਾਹੇ ਪੰਡਤ ਸੀ। ਬਿਲਕੁਲ ਸਾਡੇ ਨਾਲ ਤੁਸੀਂ ਡਿਪੈਂਡੈਂਟ ਹੋ ਗਏ। ਗੁਰੂ ਨੇ ਇਸੇ ਕਰਕੇ ਕਿਹਾ ਨਾ ਕਿ ਸਿੱਖ ਦੇਖੋ, ਸਿੱਖ ਧਰਮ ਦੇ ਵਿੱਚ ਇਹ ਠੀਕ ਆ, ਅਸੀਂ ਵੀ ਬਣਾ ਲਈ ਹੋਈ ਆ ਪੁਜਾਰੀ ਕਲਾਸ, ਪਰ ਪੁਜਾਰੀ ਕਲਾਸ ਦੀ ਕੋਈ ਨਾ ਅਹਿਮੀਅਤ ਹੈ ਨਾ ਕੋਈ ਪਲੇਸ ਹੈ ਉਹਦੀ। ਹਰ ਸਿੱਖ ਆਪਣਾ ਆਪ ਉਹ ਗ੍ਰੰਥੀ ਕਹਿ ਲਓ ਚਾਹੇ ਪੁਜਾਰੀ, ਕਿਉਂਕਿ ਬਾਣੀ ਨੂੰ ਤਾਂ ਪੜ੍ਹਨ ਦਾ, ਸੁਣਨ ਦਾ ਤੇ ਉਹਦਾ ਮਨਨ ਕਰਨ ਦਾ, ਤੁਸੀਂ ਉਹਦੇ ਤੇ ਕੰਟੈਂਪਲੇਸ਼ਨ ਕਰਨੀ ਹੈ, ਤੁਸੀਂ ਉਹਨੂੰ ਸਮਝਣਾ ਵੀ ਇਹਦੇ ਵਿੱਚ ਕਿਹਾ ਕੀ ਗਿਆ। ਡਾਕਟਰ ਸਾਹਿਬ ਜਦੋਂ ਆਪਾਂ ਇਸ ਤਰ੍ਹਾਂ ਗੱਲਾਂ ਕਰਦੇ ਹਾਂ ਇੱਕ ਧਰਮ ਬਾਰੇ, ਜਿੱਦਾਂ ਅਸੀਂ ਹੁਣ ਸਿੱਖ ਧਰਮ ਦੀ ਬੁਨਿਆਦ ਬਾਰੇ ਗੱਲਾਂ ਕਰਦੇ ਹਾਂ, ਤੇ ਫਿਰ ਥੋੜੀ ਜਿਹੀ ਕੰਪੈਰੀਟਿਵ ਸਟੱਡੀ ਵਰਗੀ ਗੱਲ ਹੋ ਜਾਂਦੀ ਆ ਵੀ ਕਾਰਨ ਕੀ ਬਣੇ ਸਿੱਖ ਧਰਮ ਦਾ, ਉਹਦੇ ਕਿਉਂ ਹੋਇਆ, ਉਦੋਂ ਬੁਰਾਈਆਂ ਕਿਹੜੀਆਂ ਸੀ, ਜਿਹੜੇ ਸਥਾਪਿਤ ਧਰਮ ਸੀ ਉਹਨਾਂ 'ਚ ਕੀ ਕਮੀਆਂ ਸੀ। ਤੇ ਫਿਰ ਲੋਕੀ ਕਹਿ ਦਿੰਦੇ ਆ ਕਿ ਧਰਮ ਦਾ ਜਿਹੜਾ ਉਹ ਤਾਂ ਪਵਾੜਾ ਪੈਂਦਾ ਕਿ ਹਰ ਧਰਮ ਵਾਲਾ ਵਿਅਕਤੀ ਇਹ ਸਾਬਤ ਕਰਨਾ ਚਾਹੁੰਦਾ ਹੈ ਕਿ ਮੇਰਾ ਧਰਮ ਸ੍ਰੇਸ਼ਟ ਹੈ, ਇਹ ਸੁਪੀਰੀਅਰ ਹੈ,
ਇਹ ਕਿਉਂਕਿ ਮਾਡਰਨ ਆ, ਜਿੱਦਾਂ ਅਸੀਂ ਕਹਿੰਦੇ ਨੇ ਸਿੱਖ ਧਰਮ ਬੜਾ ਮਾਡਰਨ ਆ ਤੇ ਬੁਰਾਈਆਂ ਨੂੰ ਦੂਰ ਕਰਨ ਲਈ ਹੀ ਬਣਿਆ, ਤੇ ਬਾਕੀ ਧਰਮ ਵੀ ਆਪਣੇ ਧਰਮ ਨੂੰ ਸ੍ਰੇਸ਼ਟ ਸਮਝਦੇ ਆ। ਬਿਲਕੁਲ, ਉਹ ਤਾਂ ਹਰ ਇੱਕ ਦੇਖੋ ਹਰੇਕ ਦੇ ਵਾਸਤੇ ਗੁਰੂ ਨਾਨਕ ਨੇ ਫਿਰ ਇਹੀ ਤਾਂ ਜੇ ਆਪਾਂ ਬਾਣੀ ਪੜ੍ਹਦੇ ਤਾਂ ਹੀ ਸਮਝ ਲੱਗਦੀ ਹੈ ਨਾ। ਇਹ ਗੁਰੂ ਨਾਨਕ ਨੇ ਧਰਮ ਨੂੰ ਪੂਜਾ ਪਾਠ ਕਰਮ ਕਾਂਡ ਨਾਲੋਂ ਤੋੜ ਕੇ ਉਹਨਾਂ ਨੇ ਐਥੀਕਲ ਵਰਚੂਜ਼ ਦੇ ਨਾਲ ਜੋੜਿਆ ਹੈ ਨਾ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀਵ ਕਾ ਹੈ ਤਾਂ ਪਾਂਡੇ ਕਤ ਨਾ ਇਹ ਟੁੱਟੈ ਨਾ ਮਨ ਲੱਗੇ ਨਾ ਇਹ ਜਲੇ ਨ ਜਾਏ ਧਨ ਸੋ ਮਾਨਕ ਨਾ ਮਾਨਸ ਨਾਨਕਾ ਜਿਨ ਗਲ ਪੱਲੇ ਪਾਏ। ਮਤਲਬ ਤਾਂ ਇਹ ਹੈ ਕਿ ਉਹਨਾਂ ਨੇ ਬੇਸਿਕ ਇਹ ਮੰਨੇ ਨੇ ਵਿਦਿਆ है ना, दूसरे नाल कंपैशन दे नाल तुसी वरतना, संतोख सबर दे नाल बंदे ने जीवना, ये सारियां गल्लां ने उन्होंने धर्म नूं पूजा पाठ कर्म कांड विचों कढ के एथीकल वर्च्यूज ने जिहड़ियां नैतिक गुण आपां कहिए भी बंदे दे विच किहड़े गुण होने चाहिए ने असली धार्मिक कहाउण दा तां हकदार है जे वो इन्हां गुणां नूं फॉलो करदा। आपां जिन्नी मर्जी पूजा पाठ करी जाइए बाणी पढ़िए पर जे असीं उहनूं फॉलो नहीं करते, जे साडे अंदर एज ए ह्यूमन बीइंग वो गुण नहीं है, फिर असीं धार्मिक कहाउण दे हकदार नहीं हाँ। तो इसे करके हुण तुसीं देखो, तुसीं होर कोई धर्म ग्रंथ खोल के देख लो किते कहा होऊगा भी सपोज कीता अपना मतलब कुरान शरीफ है ना, उत्थे तां मुसलमान किहो जिहा होना चाहिए ਉਹਦੀ ਗੱਲ ਕੀਤੀ ਹੋਈ है ना, ਜਿਹੜਾ नहीं ਮੰਨਦਾ ਉਹਨੂੰ ਕਾਫਰ ਮੰਨਦੇ ਆ है ना, ਮੂਮਨ ਤੇ ਕਾਫਰ ਦੀ ਗੱਲ ਕੀਤੀ ਜਾਂਦੀ ਹੈ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਇਹੋ ਜਿਹਾ ਗ੍ਰੰਥ ਹੈ ਜਿਹਦੇ ਵਿੱਚ ਗੁਰੂ ਮਹਾਰਾਜ ਕਹਿੰਦੇ ਨੇ ਮੁਸਲਮਾਨ ਕਹਾਵਣ ਮੁਸ਼ਕਿਲ ਜੇ ਹੋਏ ਤਾਂ ਮੁਸਲਮਾਨ ਕਹਾਵੇ। ਮੁਸਲਮਾਨ ਹੋਣ ਦੇ ਲਈ ਤੈਨੂੰ ਆਹ ਕਰਨਾ ਚਾਹੀਦਾ, ਹਾਂ ਆਹ ਕਰਨੀ ਚਾਹੀਦੀ। ਪੰਜਾਂ ਵਕਤਾਂ ਦੀ ਨਮਾਜ਼ ਹੈ ਜਿਹੜੀ ਉਹਨੂੰ ਉਹਨਾਂ ਨੇ ਗੁਣਾਂ ਦੇ ਨਾਲ ਜੋੜ ਕੇ ਦੱਸਿਆ, ਰੋਜ਼ਿਆਂ ਨੂੰ ਗੁਣਾਂ ਦੇ ਨਾਲ ਜੋੜ ਕੇ ਦੱਸਿਆ ਵੀ ਜੇ ਤੇਰੇ 'ਚ ਆਹ ਗੁਣ ਨਹੀਂ ਹੈਗੇ ਤਾਂ ਫਿਰ ਮੁਸਲਮਾਨ ਕਹਾਉਣ ਤੂੰ ਹੱਕਦਾਰ ਨਹੀਂ ਹੈ। ਇਸ ਤਰ੍ਹਾਂ ਹਿੰਦੂ ਨੂੰ ਕਿਹਾ ਹੋਇਆ ਉਹਨਾਂ ਨੇ ਹੈ ਨਾ ਵੀ ਹਿੰਦੂ ਬਣਨਾ ਤਾਂ ਚੰਗਾ, ਜਿਵੇਂ ਜਨੇਊ ਦੀ ਗੱਲ ਆਪਾਂ ਹੁਣੇ ਕੀਤੀ ਹੈ। ਆ ਸਾਡੀ ਬਾਤ ਪੜ੍ਹੋ ਤੁਸੀਂ, ਈਵਨ ਆਪਣਾ ਜੈਨੀ ਸਾਧੂ ਨੇ ਨਹਾਉਂਦੇ ਨਹੀਂ ਹੈ ਉਹ ਹੈ ਨਾ, ਦਿਗੰਬਰ ਰਹਿੰਦੇ ਆ ਤੇ ਆਪਣਾ ਪੱਟੀ ਬੰਨ੍ਹ ਕੇ ਚੱਲਦੇ ਆ, ਕੋਈ ਜੀਆ ਘਾਤ ਨਾ ਹੋ ਜਾਵੇ। ਉਹਨੂੰ ਵੀ ਸਿੱਖਿਆ ਦਿੱਤੀ ਹੋਈ ਹੈ ਆਪਣਾ ਆਸਾ ਦੀ ਵਾਰ ਦੇ ਵਿੱਚ ਵੀ ਮੋਇਆ ਜੀਵਦਿਆਂ ਤਾਂ ਗਤ ਹੋਵੇ ਜੇ ਸਿਰ ਪਾਈਏ ਪਾਣੀ, ਜੇ ਨਹਾਉਣਾ ਹੀ ਨਹੀਂ ਹੈ ਵੀ ਮੰਨੇ ਜਾਂਦੇ ਜੀਉਂਦੇ ਹੋ ਤੁਸੀਂ ਤਾਂ ਵੀ ਤੁਹਾਡੀ ਗਤੀ ਨਹਾਉਣ ਨਾਲ ਜੇ ਮਰਨ ਤੇ ਉਪਰੰਤ ਵੀ ਹੈ ਨਾ ਉਹ ਕੀਤਾ। ਮੇਰਾ ਮਤਲਬ ਕਹਿਣ ਤੋਂ ਸਿਰਫ ਇਹ ਹੈ ਕਿ ਉਹਨਾਂ ਨੇ ਕਿਹਾ ਭਾਵੇਂ ਤੁਸੀਂ ਹਿੰਦੂ ਤਾਂ ਹਿੰਦੂ ਹੋ, ਚਾਹੇ ਤੁਸੀਂ ਮੁਸਲਮਾਨ ਹੋ, ਜੋ ਵੀ ਹੋ ਤੁਸੀਂ ਆਪਣੇ ਧਰਮ ਨੂੰ ਫੋਲੋ ਕਰੋ, ਪਰ ਆਹ ਚੀਜ਼ਾਂ ਨੇ ਜਿਹੜੀਆਂ ਬੇਸਿਕ ਜਿਹੜੀਆਂ ਹਿਊਮੈਨਿਟੇਰੀਅਨ ਹੈਗੇ ਆਊਟਲੁੱਕ ਇਹ ਬੰਦੇ ਦੇ ਵਿੱਚ ਹੋਣਾ ਚਾਹੀਦਾ। ਇਸ ਕਰਕੇ ਇਹ ਮੈਂ ਇਹ ਚੀਜ਼ ਨੂੰ ਮੰਨਦੀ ਹਾਂ ਕਿ ਇਹਦੀ ਜਿਹੜੀ ਸਿੱਖਿਆ ਹੈਗੀ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਾਂ ਸਿੱਖ ਧਰਮ ਦੀ, ਇਹ ਕਿਸੇ ਵੀ ਫਿਰਕੇ 'ਚ ਬੈਠਾ ਬੰਦਾ, ਕਿਸੇ ਵੀ ਸੰਸਾਰ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠਾ, ਉਹ ਇਹਨਾਂ ਨੂੰ ਫੋਲੋ ਕਰਕੇ ਆਪਣਾ ਮਤਲਬ ਧਰਮ ਨੂੰ, ਕਿਉਂਕਿ ਕੋਈ ਵੀ ਧਰਮ ਦਾ ਮਤਲਬ ਇਹ ਨਹੀਂ ਹੁੰਦਾ ਵੈਰ ਵਿਰੋਧ ਕਰਨਾ ਜਾਂ ਮਨੁੱਖ ਦੇ ਵਿੱਚ ਕੋਈ ਇਹ ਫਰਕ ਮੰਨਣਾ ਆ ਉੱਚਾ ਹੈ ਜਾਂ ਨੀਵਾਂ ਹੈ ਨਾ, ਜਾਂ ਹੰਕਾਰ ਕਿਸੇ ਵੀ ਕਿਸਮ ਦਾ ਕਰਨਾ। ਗੁਰੂ ਸਾਹਿਬ ਨੇ ਤਾਂ ਉਹ ਗੁਣ ਦੱਸੇ ਨੇ ਜਿਹੜੇ ਆਮ ਮਨੁੱਖ ਨੂੰ ਅਡਾਪਟ ਕਰਨੇ ਚਾਹੀਦੇ ਨੇ ਜਾਂ ਵਧੀਆ ਬੰਦਾ ਬਣਨ ਦੇ ਵਾਸਤੇ। ਇਹ ਹੁਣ ਜਿਵੇਂ ਵਰਨ ਆਸ਼ਰਮ ਧਰਮੀ ਹੈ, ਤੁਹਾਨੂੰ ਪਤਾ ਵੀ ਕਿੰਨੀ ਹੁਣ ਵੀ ਅਸੀਂ ਅੱਜ ਕੱਲ੍ਹ ਕੀ ਦੇਖਦੇ ਹਾਂ ਹੈ ਨਾ, ਇਹ ਸਾਰੀ ਨਫ਼ਰਤ ਹੈ ਜਿਹੜੀ ਧਰਮਾਂ ਦੇ ਬੇਸਿਸ ਦੇ ਉੱਤੇ ਨਫ਼ਰਤ ਕਰਨੀ ਜਾਂ ਹਉਮੈ ਜਿਹੜੀ ਉਹ ਹੈਗੀ ਆ ਉਹ ਸਾਰੀ ਨਫ਼ਰਤ ਦਾ ਕਾਰਨ ਬਣਦੀਆਂ ਨੇ। ਜਦੋਂ ਆਪਾਂ ਆਪਣੇ ਆਪ ਨੂੰ ਸੁਪੀਰੀਅਰ ਮੰਨਦੇ ਹਾਂ, ਕਿਸੇ ਤੋਂ ਉੱਚਾ ਮੰਨਦੇ ਹਾਂ, ਉੱਥੋਂ ਹੀ ਇਹ ਸਾਰੇ ਪੈਦਾ ਹੁੰਦੇ। ਜੇ ਅਸੀਂ ਸਮਝਦੇ ਹਾਂ ਕਿ ਇਹ ਦੂਜੇ ਮਨੁੱਖ ਵੀ ਸਾਡੇ ਵਰਗੇ ਨੇ। ਹਾਂ ਡਾਕਟਰ ਸਾਹਿਬ, ਇੱਕ ਜਿਹੜਾ ਧਰਮ ਨੂੰ ਮੰਨਣ ਵਾਲੇ ਲੋਕ ਆ ਉਹ ਸਾਰੇ ਇਹ ਕਹਿੰਦੇ ਆ ਕਿ ਧਰਮ ਜਿਹੜਾ ਆ ਉਹ ਨਿਮਰਤਾ ਸਿਖਾਉਂਦਾ ਆ, ਉਹ ਈਰਖਾ ਨਹੀਂ ਸਿਖਾਉਂਦਾ, ਇੱਕ ਦੂਜੇ ਨਾਲ ਇਨਸਾਨੀਅਤ ਨਾਲ ਮਿਲਣ ਕੇ ਵਰਤਣ ਦਾ ਸਿਖਾਉਂਦਾ ਆ। ਤੇ ਪਰ ਕੁਝ ਲੋਕਾਂ ਦਾ ਤਰਕ ਇਹ ਆ ਕਿ ਉਹਨੇ ਵਿਅਕਤੀ ਜਿਹੜੇ ਆ ਮੌਤ ਦੇ ਘਾਟ ਰਾਜ ਸ਼ਕਤੀ ਪ੍ਰਾਪਤ ਕਰਨ ਲਈ ਨਹੀਂ। ਇਹ ਵੀ ਗਲਤ ਹੈ, ਇਹ ਗੱਲ ਕਹੀ ਜਾਂਦੀ ਹੈ, ਅਕਸਰ ਨਹੀਂ ਰਿਪੋਰਟ ਕਰਦੇ ਨੇ ਲੋਕ। ਤੁਸੀਂ ਇੰਟਰਨੈਟ ਤੇ ਫੋਲਿਓ ਕੱਢਿਓ ਤੁਸੀਂ ਉੱਥੋਂ ਹੈ ਨਾ ਕਿ ਅੱਜ ਤੱਕ ਕਿੰਨੇ ਬੰਦੇ, ਮੈਂ ਨਾ ਪਿੱਛੇ ਜਿਹੇ ਇੱਕ ਆਰਟੀਕਲ ਲਿਖਿਆ ਸੀਗਾ ਵਰਲਡ ਪੀਸ ਤੇ ਜਾਣੀ ਮਤਲਬ ਸਿੱਖ ਰਿਲੀਜਨ ਦੇ ਉੱਤੇ, ਮੈਨੂੰ ਹੁਣ ਹੈਡਿੰਗ ਨਹੀਂ ਯਾਦ, ਮੇਰਾ ਖਿਆਲ ਹੈ 50-60 ਪੰਨੇ ਦਾ ਮੈਂ ਉਹ ਲਿਖਿਆ ਹੋਇਆ, ਇਹ ਸੌਰਟ ਆਫ ਪੈਂਫਲੇਟ ਮੈਂ ਛਪਾਇਆ ਨਹੀਂ ਹੈਗਾ ਪਰ ਮੇਰੇ ਕੋਲ ਪਿਆ ਉਹ। ਉਹਦੇ ਵਿੱਚ ਮੈਂ ਡਾਟਾ ਕੱਢ ਰਹੀ ਸੀ ਵੀ ਅੱਜ ਕੱਲ੍ਹ ਵੀ ਧਰਮ ਦੇ ਨਾਂ ਦੇ ਉੱਤੇ ਕਿੰਨੇ ਉਹ ਬੰਦੇ ਮਾਰੇ ਗਏ ਨੇ ਤੇ ਹੋਰ ਕਾਰਨਾਂ ਕਰਕੇ ਕਿੰਨੇ ਜੰਗਾਂ ਦੇ ਵਿੱਚ। ਇਹ ਜਿਹੜਾ ਇਹ ਕਿਹਾ ਜਾਂਦਾ ਵੀ ਜਿੰਨੇ ਧਰਮ ਦੇ ਨਾਂ ਤੇ ਮਰੇ ਨੇ ਇੰਨੇ ਹੋਰ ਕਿਸੇ ਨਾਂ ਨੇ
बिल्कुल ये गलत है। उस नाले वैसटर्न स्कॉलर्स ने कैलकुलेशन की हुई है। ईवन जो असी आह हुण अजकल इस्लाम के नाँ से असी कहने भी बहुत ज़्यादा घाण हो रहा है, उत्थे भी वो कैलकुलेशन दी हुई है कि ये कंसैप्शन है जी ना भी धर्म के नाँ से सब तो वध मरे है, ये रॉन्ग है कंसैप्शन। तो आप फॉलो इंटरनेट पे, मैं देखूंगी डाटा तुहानू लिया के भी दे दूंगी। डर के स्कॉलर जिहड़े उन्हां नू नाल दा पैरेलल डाटा देना चाहिए ताकि जिहड़ी उदासीनता हो रही है ना धर्मां दी। हुण देखो कहा जाता है कि 38% के करीब आस्ट्रेलिया च लोग जिहड़े कहंदे सी कि धर्म नूं नहीं मानते, दुनिया च भी उन्हां दी गिनती दिन दिन वध रही आ ते धर्म नूं सार्थक है ही नहीं। अज दे युग च धर्म दा मतलब की आ? देखो धर्म है जिहड़ा ये बंदे दी पर्सनल हैगी है, पर्सनल फेथ दे नाल रिलेटेड है ना। कोई मनदा या नहीं मनदा रब नूं, कोई मनदा नहीं मनदा, इहदा कोई कंसर्न नहीं। जिन्हों ये लगता कि हाँ मैं धर्म तो बिना भी मैं एथिकल हो सकता, हो जाए किसी कोई है ना। पर डॉक्टर कुछ कारण रहे होंगे ना, जिदा गुरु साहब की आमद की आप गल करते हैं, सिख धर्म के उदय होने की गल करते हैं, तो उदों असीं सारे कारण गणाते कि उदों इदां दी अराजकता सीगी, नफरत सीगी, धर्म नूं महसूस किया जा रहा सी, उहदी व्याख्या सही नहीं सी हो रही, लोग जिहड़े मंत्र वाले जिहड़े जादू मंत्रां च पै गए सीगे ते प्रैक्टिकल लाइफ दे विच ओह चीज़ां जिहड़ियां ओह मनुख नूं चंगा मनुख नहीं सी रहण दिंदियां। ते उदों फिर सिख धर्म का उदय होया ते गुरु साहब ने आके एक नवी राह दसी, ह्यूमैनिटेरियन उन्होंने दिता, प्रोवाइड किया भी किवें मनुख ने रहना किवें है ना। फिर इकल्ला इंडिविजुअल मसला ना होया, फिर ते समाजिक मसला हो गया। बिल्कुल समाजिक है, मसला ही समाजिक है ना। नहीं फिर धर्म कोई आइसोलेशन दे विच नहीं है, है ना। पर नाल दी नाल ये भी कह सकते हैं धर्म निजी मसला तुसीं अंदर वड़ के कर लो, धर्म दा निजी मसला बाहर कोई फर्क नहीं पैंदा, पर धर्म जिहड़ा है ओह समाज दे उत्ते निरंतर असर पाउंदा है। समाज दे नाल है रिश्ता, उहदा समाज एक दूजे नूं जोड़दा भी है धर्म, है ना। जे इहनूं असीं जदों देखो धर्म दा मिसयूज कीता जांदा, ओह पॉलिटिक्स दे तहत कीता। हुण 2 वर्ल्ड वार्स होईयां ने, उन्हां दा रीजन कोई धर्म थोड़ी सी। ठीक है, मतलब हिटलर ने वरत्या क्रिश्चियनिटी नूं ज्यूज के खिलाफ, पर वो लड़ाई लगन का कारण तो ना फर्स्ट वर्ल्ड वार का ना सैकेंड वर्ल्ड वार का रिलीजन थोड़ी सी। ये तो जिहड़ा की कहंदे हुंदे ने मनुख दी हौम कह लो, जां हथियाउण दी गल है जिहड़ी, जां कब्जा करन दी गल है जिहड़ी, ये उहदे विच मतलब रिलीजन नूं यूज ते कीता जांदा। जोके समय च भी जदों इन्ना साइंटिफिक एज है हुण, तुसीं कहंदे भाई एनलाइटमेंट हो गई, लोकां नूं समझ आ गई कि सानूं ये पाड़दे ने, खराब करदे, पर इहदे बावजूद भी वरते जांदे आ। आपां देखदे आ इस वेले दुनिया, सारी दुनिया दे विच ਜਿਹੜੇ ਪੁਰਾਣੇ ਧਰਮ ਨੇ, ਤੁਸੀਂ ਮਿਸਾਲ ਲੈ ਲਓ ਤੁਰਕੀ ਦੀ ਲੈ ਲਓ, ਭਾਰਤ ਦੀ ਲੈ ਲਓ, ਜਿੱਥੇ ਦੀ ਮਰਜ਼ੀ ਤੁਸੀਂ ਮਿਸਾਲ ਲੈ ਲਓ, ਇੰਨਾ ਕੁਝ ਹੋਣ ਦੇ ਬਾਵਜੂਦ, ਇੰਨੀ ਸਰਟੀਫਿਕੇਟ ਹੋਣ ਦੇ ਬਾਵਜੂਦ ਵੀ ਲੋਕੀ ਵਰਗਲਾਏ ਜਾਂਦੇ ਧਰਮ ਦੇ ਨਾਂ ਤੇ ਅਜੇ ਵੀ। ਇਹ ਲੋਕਾਂ ਨੂੰ ਨਹੀਂ ਵਰਗਲਾਏ ਜਾਣਾ ਚਾਹੀਦਾ ਨਾ। ਇਹ ਤਾਂ ਹੀ ਤਾਂ ਗੁਰੂ ਸਾਹਿਬ ਕਹਿੰਦੇ ਨੇ ਵੀ ਆਪਣੇ ਬੰਦਾ ਆਪਣੇ ਮਾਈਂਡ ਨਾਲ ਸੋਚੇ ਕਿ ਅੱਖਰ ਦਾ ਜਿਹੜਾ ਭੇਦ ਆ ਉਹਨੂੰ ਮਨੁੱਖ ਸਮਝੇ ਕਿ ਇਹ ਹੈ ਕੀ ਹੈ ਨਾ। ਗੁਰੂ ਸਾਹਿਬ ਤਾਂ ਕਹਿੰਦੇ ਵੀ ਉਹ ਬੰਦਾ ਅਸਲ ਖਰ ਕਹਿੰਦੇ ਨੇ ਗਧੇ ਨੂੰ, ਗਧਾ ਹੈ ਜਿਹੜਾ ਅੱਖਰ ਦੇ ਭੇਦ ਨੂੰ ਨਹੀਂ ਸਮਝਦਾ ਹੈਗਾ, ਅੱਖਰ ਦੇ ਭੇਦ ਨੂੰ ਨਹੀਂ ਸਮਝਦਾ। ਇਹਨੂੰ ਧਰਮ ਨੂੰ ਸਮਝਣਾ ਚਾਹੀਦਾ। ਇਹਦੇ ਵਿੱਚ ਧਰਮ ਦਾ ਕਸੂਰ ਨਹੀਂ ਹੈ। ਜੇ ਇਹਨੂੰ ਮਤਲਬ ਮਿਸਯੂਜ਼ ਕੋਈ ਕਰਦਾ, ਇਹਦੇ ਵਿੱਚ ਰਿਲੀਜਨ ਥੋੜੀ ਐਟ ਫਾਲਟ ਹੋਇਆ। ਜੇ ਹੁਣ ਕੋਈ ਵਧੀਆ ਸਿੱਖ ਨਹੀਂ ਬਣਿਆ, ਇਹਦੇ ਵਿੱਚ ਸਿੱਖੀ ਦਾ ਕਸੂਰ ਥੋੜੀ ਹੈ। ਸਿੱਖ ਦਾ ਕਸੂਰ ਹੈ ਕਿ ਉਹਨੇ ਆਪਣੇ ਆਪ ਨੂੰ ਉਹਨਾਂ ਅਸੂਲਾਂ ਦੇ ਮੁਤਾਬਕ ਕਿਉਂ ਨਹੀਂ ਢਾਲਿਆ ਹੈਗਾ, ਹੈ ਨਾ। ਉਹ ਚਾਹੇ ਹਿੰਦੂਇਜ਼ਮ ਹੈ, ਚਾਹੇ ਇਸਲਾਮ ਹੈ, ਚਾਹੇ ਕੋਈ ਵੀ ਹੈ, ਇਹ ਤਾਂ ਮਨੁੱਖ ਦੇ ਉੱਤੇ ਡਿਪੈਂਡ ਕਰਦਾ ਹੈ ਨਾ। ਡਾਕਟਰ ਸਾਹਿਬ ਦੂਜੇ ਪਾਸੇ ਇਹ ਕਹਿਤਾ ਜਾਂਦਾ ਕਿ ਮਨੁੱਖ ਨੂੰ ਉਹ ਵਾਤਾਵਰਨ ਨਹੀਂ ਮਿਲਦਾ ਕਿ ਉਹ ਉਹਦੀਆਂ ਰੋਹ ਰੀਤਾਂ ਦੇ ਵਿੱਚ ਪੂਰੀ ਤਰ੍ਹਾਂ ਚੱਲ ਜੇ। ਜਿੱਦਾਂ ਹੁਣ ਸਾਡੇ ਬੱਚੇ, ਆਪਾਂ ਮੋਟੇ ਤੌਰ ਤੇ ਗੱਲ ਕਰਦੇ ਹਾਂ, ਟੀਵੀ ਦੇ ਦਰਸ਼ਕਾਂ ਲਈ ਵੀ ਸਿੰਪਲ ਤਰੀਕੇ ਨਾਲ, ਤੇ ਅਸੀਂ ਕੋਸ਼ਿਸ਼ ਕਰਕੇ ਉਹਨਾਂ ਨੂੰ ਗੁਰਦੁਆਰੇ ਵੀ ਲੈ ਜਾਓ ਜਿਹੜੇ ਵੱਡੇ ਨੇ, ਜਾਂ ਉਹਨੂੰ ਲੈ ਕੇ ਜਾਣ ਦੀ ਕੋਸ਼ਿਸ਼ ਵੀ ਕਰਨ, ਪਰ ਜਿਹੜਾ ਬਾਹਰ ਦਾ ਮਾਹੌਲ ਹੈ ਸਾਰਾ ਕੁਝ, ਉਹ ਥੋੜੇ ਸਮੇਂ ਲਈ ਉੱਤੇ ਉਹ ਇੰਪੈਕਟ ਨਹੀਂ ਪੈਂਦਾ ਜਿਹੜੀ ਚੀਜ਼ ਦਾ ਉਹ ਬਾਹਰੋਂ ਸਿੱਖ ਕੇ ਆਉਂਦਾ, ਜੋ ਕੁਝ ਆਪਾਂ ਆਲੇ ਦੁਆਲੇ ਵਿਚਰ ਰਿਹਾ ਹੁੰਦਾ। ਕਿਉਂਕਿ ਹੁਣ ਅਸੀਂ ਕਹਿੰਦੇ ਪਦਾਰਥਵਾਦੀ ਯੁੱਗ ਆ, ਤੇ ਜਾਂ ਸੱਚੇ ਸ਼ਬਦਾਂ 'ਚ ਕਹਿ ਲਓ ਵੀ ਕਲਯੁੱਗ ਦਾ ਹੁਣ ਪੂਰਾ ਪਹਿਰਾ ਆ, ਤੇ ਜੇ ਉਸ ਪਹਿਰੇ ਦੇ ਵਿੱਚ ਕੋਈ ਮਨੁੱਖ ਉਹਦੀ ਡਿਵੈਲਪਮੈਂਟ ਉਹਦਾ ਨਹੀਂ ਹੁੰਦੀ, ਤੇ ਫਿਰ ਕਸੂਰ ਕਰ ਦਿੱਤਾ ਜਾਂਦਾ ਮਾਪਿਆਂ ਦਾ ਜਾਂ ਆਲੇ ਦੁਆਲੇ ਦਾ। ਤੇ ਮਨੁੱਖ ਜਿਹੜਾ ਆ, ਦੇਖੋ ਜਦੋਂ ਆਪ ਤਰ੍ਹਾਂ ਸਗਲਾ ਨਿਸਤਾਰੇ ਦੀ ਗੱਲ ਗੁਰਬਾਣੀ ਕਰਦੀ ਹੈ, ਉਦੋਂ ਉਹਦਾ ਮਕਸਦ ਇਹੀ ਹੈ ਕਿ ਵਾਤਾਵਰਨ ਇਹ ਮਨੁੱਖਾਂ ਨੇ ਕ੍ਰੀਏਟ ਕਰਨਾ, ਹੈ ਨਾ, ਵੀ ਕਿਹੋ ਜਿਹਾ ਐਟਮੋਸਫੀਅਰ ਹੋਵੇ। ਤੇ ਉਹ ਇਸੇ ਕਰਕੇ ਤਾਂ ਸਮਾਜਿਕ ਧਰਮ ਹੈ ਕਿ ਉਸ ਕਿਸਮ ਦੇ ਹਾਲਾਤ ਪੈਦਾ ਕਰੋ ਜਿਹਦੇ ਵਿੱਚ ਮਨੁੱਖ ਵਧੀਆ ਢੰਗ ਦੇ ਨਾਲ ਜਿਉ ਸਕੇ, ਸਾਰੇ ਇੱਕ ਦੂਜੇ ਨਾਲ ਭਰਾਤਰੀ ਭਾਵ ਨਾਲ ਰਹਿ ਸਕਣ,
ਤੇ ਇਹ ਵੀ ਤਾਂ ਮਨੁੱਖਾਂ ਦਾ ਹੀ ਵਾਸ ਹੈ ਨਾ। ਇਹ ਸਮਾਜ ਨੇ ਹੀ ਕਰਨਾ ਹੁੰਦਾ ਇਹ ਵੀ ਕਿਸ ਕਿਸਮ ਦਾ ਵਾਤਾਵਰਨ ਕ੍ਰੀਏਟ ਕਰਨਾ ਆਪਣੇ ਬੱਚਿਆਂ ਦੇ ਵਾਸਤੇ, ਸੁਸਾਇਟੀ ਦੇ ਵਿੱਚ ਜਿਹਦੇ ਵਿੱਚ ਸਾਰੇ ਸ਼ਾਂਤੀ ਨਾਲ ਰਹਿ ਸਕਣ, ਸੌਖਾ ਸਾਹ ਲੈ ਸਕਣ। ਬਾਕੀ ਨਾ ਜਿਹੜਾ ਗੁਰਬਾਣੀ ਹੈ ਉਹਦੇ ਵਿੱਚ ਉਹਦੇ ਮੁਤਾਬਕ ਇਹ ਨਹੀਂ ਹੈਗਾ ਵੀ ਕਲਯੁਗ ਇਹ ਸਮੇਂ ਨੂੰ ਅਸੀਂ ਕਲਯੁਗ ਕਹਿੰਦੇ ਆ, ਇਹਨੂੰ ਸਤਯੁਗ ਕਹਿੰਦੇ ਆ। ਉਹ ਕਹਿੰਦੇ ਇਹ ਤਾਂ ਮਨੁੱਖ ਦੀਆਂ ਬਿਰਤੀਆਂ ਨੇ, ਹਰ ਬੁਰੇ ਕੰਮ ਨੂੰ ਕਲਯੁਗ ਕਹਿੰਦੇ ਹਾਂ, ਇਹ ਮਨੁੱਖ ਦੀਆਂ ਬਿਰਤੀਆਂ ਨੇ। ਜਦੋਂ ਚੰਗੀ ਬਿਰਤੀ ਪ੍ਰਧਾਨ ਹੋਊਗੀ ਉਦੋਂ ਸਤਯੁਗ ਵਾਪਰ ਰਿਹਾ, ਤੇ ਜਦੋਂ ਜਿਹੜੀਆਂ ਗਲਤ ਬਿਰਤੀਆਂ ਨੇ ਹਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਅਸੀਂ ਕਹਿੰਦੇ ਆ ਨਾ ਵੀ ਇਹਦੇ ਵਿੱਚੋਂ ਜਿਹੜੇ ਐਕਸ਼ਨ ਉਪਜਦੇ ਨੇ ਇਹ ਮਨੁੱਖ ਨੂੰ ਗਰਾਹ। ਤੁਹਾਡੇ ਕਹਿਣ ਦਾ ਭਾਵ ਹੈ ਕਿ ਸਿੱਖੀਜ਼ਮ ਜਿਹੜਾ ਵਾ ਇਹ ਜਿਹੜੇ ਕਲਯੁਗ ਸਤਯੁਗ ਵਾਲੇ ਚੀਜ਼ਾਂ ਨੇ ਉਹਨਾਂ ਨੂੰ ਸਮੇਂ ਵੰਡ ਨਹੀਂ ਮੰਨਦਾ, ਇਹ ਮਨੁੱਖੀ ਬਿਰਤੀ ਦੇ ਮੁਤਾਬਕ ਮੰਨਦਾ ਵੀ ਇੱਕ ਵੇਲੇ ਬੰਦਾ ਕਲਯੁਗ ਚ ਹੋ ਸਕਦਾ, ਦੂਜੇ ਵੇਲੇ ਉਹੀ ਬੰਦਾ ਸਤਯੁਗ ਚ ਵੀ ਹੋ ਸਕਦਾ। ਮਨੁੱਖ ਦੀ ਬਿਰਤੀਆਂ ਤੇ ਡਿਪੈਂਡ ਕਰਦਾ ਹੈ ਨਾ। ਵੀ ਦੇਖੋ ਹੁਣ ਗੁਰਬਾਣੀ ਨੇ ਤਾਂ ਇਨਜਸਟਿਸ ਦੇ ਖਿਲਾਫ ਲੜਨਾ ਸਿਖਾਇਆ, ਕਿਉਂ ਹਥਿਆਰ ਚੁੱਕਣੇ ਪਏ? ਉਹ ਕੋਈ ਉਹਨਾਂ ਨੇ ਆਪਣੇ ਲਈ ਥੋੜੀ, ਕੋਈ ਆਪਣਾ ਰਾਜ ਐਸਟੈਬਲਿਸ਼ ਕਰਨ ਲਈ ਥੋੜੀ ਚੁੱਕੇ, ਉਹ ਤਾਂ ਇਸ ਕਰਕੇ ਚੁੱਕੇ ਕਿ ਜਿਹੜਾ ਹੈਗਾ ਨਿਆਂ ਹੈ ਸਮਾਜ ਦੇ ਵਿੱਚ, ਇਕੁਐਲਿਟੀ ਹੈ, ਬਰਾਬਰੀ ਹੈ, ਉਹ ਹੋਣੀ ਚਾਹੀਦੀ ਹੈ ਜੀ। ਤੇ ਸਮਾਂ ਆਪਣਾ ਨਿਕਲਦਾ ਜਾ ਰਿਹਾ। ਡਾਕਟਰ ਸਾਹਿਬ ਅੱਜ ਦੇ ਦਿਨ ਲਈ ਤੁਸੀਂ ਕੋਈ ਹੋਰ ਪਿਛੋਕੜ ਚ ਕੋਈ ਗੱਲ ਕਰਨੀ ਚਾਹੋ ਤੇ ਇਹਨੂੰ ਸਮ ਅਪ ਕਰਦੇ ਆ ਆਪਾਂ, ਤੇ ਫਿਰ ਆਪਾਂ ਕੰਟੀਨਿਊ ਤੇ ਕਰਨੀਆਂ ਅਗਲੀਆਂ ਕਿਸ਼ਤਾਂ ਦੇ ਵਿੱਚ ਆਪਾਂ ਕਰਦੇ ਜਾਵਾਂਗੇ। ਸਿੱਖ ਧਰਮ ਦੇ ਆਗਮਨ ਤੋਂ ਬਾਅਦ ਹਾਲਾਤ ਕੀ ਬਣੇ, ਕਿਸ ਤਰ੍ਹਾਂ ਧਰਮ ਦਾ ਫਿਰ ਪ੍ਰੋਪਰ ਇੱਕ ਕਿਸਮ ਦੀ ਇੱਕ ਸੰਸਥਾ ਦੇ ਰੂਪ ਚ ਬਣ ਕੇ। ਹਾਂਜੀ, ਉਹ ਆਪਾਂ ਦੇਖੋ ਇਸੇ ਕਰਕੇ ਹੁਣ ਸਿਧਾਂਤ ਤਾਂ ਗੁਰੂ ਨਾਨਕ ਸਾਹਿਬ ਨੇ ਫਾਊਂਡ ਕਰ ਹੀ ਦਿੱਤੇ ਸੀ ਨਾ, ਫਾਊਂਡੇਸ਼ਨ ਤਾਂ ਦੇਤੀ, ਨਹੀਂ ਰੱਖ ਦਿੱਤੀ ਉਹਨਾਂ ਨੇ। ਪਰ ਇਹਦਾ ਕਿਉਂਕਿ ਤਾਲੁਕ ਧਰਮ ਦਾ ਮਨੁੱਖ ਦੀ ਸਾਈਕੀ ਦੇ ਨਾਲ ਹੈ, ਮਨੁੱਖ ਦੀ ਮਾਨਸਿਕਤਾ ਦੇ ਨਾਲ ਹੈ, ਤੇ ਮਾਨਸਿਕਤਾ ਜਿਹੜੀ ਹੈਗੀ ਉਹ ਓਵਰਨਾਈਟ ਨਹੀਂ ਚੇਂਜ ਹੋ ਜਾਂਦੀ। ਸਿਧਾਂਤ ਆਪਾਂ ਹੁਣ ਗੀਤਾ ਨੂੰ ਫੋੜ ਕੇ ਦੇਖੀਏ, ਉਹਦੇ ਵਿੱਚ ਵੀ ਬਹੁਤ ਵਧੀਆ ਦਿੱਤੇ ਹੋਏ ਨੇ, ਕੋਈ ਇਸ ਕਿਸਮ ਦੀ ਗੱਲ ਨਹੀਂ ਹੈ। ਪਰ ਉਹ ਕਿਉਂਕਿ ਉਹ ਸਿਧਾਂਤ ਨੇ ਜਿਹੜੇ ਉੱਥੇ ਨਾਲ ਹੀ ਖਤਮ ਹੋ ਜਾਂਦੇ ਨੇ ਜਦੋਂ ਤੱਕ ਮਨੁੱਖ ਦੇ ਮਨ ਦੀ ਟਰਾਂਸਫਾਰਮੇਸ਼ਨ ਨਹੀਂ ਹੁੰਦੀ। ਇਸੇ ਕਰਕੇ ਗੁਰੂ ਨਾਨਕ ਤੋਂ ਲੈ ਕੇ 10ਵੇਂ ਗੁਰੂ ਤੱਕ 250 ਸਾਲ ਲੱਗਿਆ ਮਨੁੱਖ ਦੀ ਟਰਾਂਸਫਾਰਮੇਸ਼ਨ ਕਰਨ ਦਾ, ਹੈ ਨਾ, ਮਾਨਵ ਦੀ। ਤੇ ਇਹਦੇ ਲਈ ਧਾਰਮਿਕ ਹੋਣ ਲਈ ਮਾਈਂਡ ਦੀ ਟਰਾਂਸਫਾਰਮੇਸ਼ਨ ਬਹੁਤ ਜ਼ਰੂਰੀ ਹੈ। ਮਨੁੱਖ ਦੇ ਮਨ ਨੂੰ ਬਦਲੇ ਬਿਨਾਂ ਸਮਾਜ ਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾ ਸਕਦੀ। ਤੇ ਇਹਦੇ ਲਈ ਇਹ ਫਿਰ ਹੌਲੀ ਹੌਲੀ ਇਹ ਆਪਾਂ ਕਰਦੇ ਜਾਵਾਂਗੇ ਕਿ ਗੁਰੂ ਨਾਨਕ ਸਾਹਿਬ ਨੇ ਇਸ ਰੋਗ ਨੂੰ ਪਛਾਣਿਆ ਕਿ ਸਮਾਜ ਦਾ ਅਸਲ ਰੋਗ ਕੀ ਆ, ਤੇ ਉਹਦੀ ਫਿਰ ਦਾਰੂ ਲੱਭੀ ਹੈ। ਤੇ ਉਹ ਫਿਰ ਕਿਸ ਤਰ੍ਹਾਂ ਉਹਨੂੰ ਸੰਸਥਾਗਤ ਕੀਤਾ ਜਾਂਦਾ, ਕਿਵੇਂ ਉਹਨੂੰ ਅਮਲੀ ਪ੍ਰਕਾਸ਼ਨ ਉਹਦਾ ਕੀਤਾ ਜਾਂਦਾ, ਇਹ ਆਪਾਂ ਸਾਰਾ ਅਮਲੀ ਤੌਰ ਤੇ ਕਿੱਦਾਂ ਉਹਨਾਂ ਨੇ ਉਦਾਸੀਆਂ ਦੇ ਰੂਪ ਵਿੱਚ ਜਗ੍ਹਾ ਜਗ੍ਹਾ ਜਾ ਕੇ ਜ਼ਿੰਦਗੀ ਦੇ ਐਕਸਪੀਰੀਅੰਸ ਲੈ ਕੇ ਉਹ ਕਿਸ ਤਰ੍ਹਾਂ ਉਹਨੂੰ ਸਾਰਾ ਉਹ ਕਰਦੇ ਨੇ। ਤਾਂ ਫਿਰ ਐਂਡ 'ਚ ਆ ਕੇ ਉਹ ਮਤਲਬ ਉਹਨੂੰ ਅਮਲੀ ਪ੍ਰਕਾਸ਼ਨ ਕਰਦੇ ਕਰਤਾਰਪੁਰ ਸਾਹਿਬ ਆ ਕੇ, ਜਿੱਥੇ ਉਹ ਹੱਥੀਂ ਕਿਰਤ ਵੀ ਕਰਦੇ ਨੇ। ਤੇ ਜਿਵੇਂ ਤੁਸੀਂ ਡਾਕਟਰ ਸਾਹਿਬ ਸਮਝਾਇਆ, ਮੈਨੂੰ ਥੋੜਾ ਜਿਹਾ ਉਲਟ ਪੁਲਟ ਲੱਗਾ ਗਲਤ ਕਰਕੇ ਕਿ ਜਿੱਦਾਂ ਵੇਦਾਂ ਦੇ ਮੁਤਾਬਕ ਸੀ ਕਿ ਪਹਿਲਾ ਜਿਹੜਾ ਤੁਹਾਡਾ ਹੈਗਾ ਬ੍ਰਹਮਚਾਰੀ ਆਸ਼ਰਮ ਹੈ, ਫਿਰ ਗ੍ਰਸਥ ਆਸ਼ਰਮ ਹੈ, ਫਿਰ ਇਹ ਆਸ਼ਰਮ ਹੈ। ਪਰ ਗੁਰੂ ਸਾਹਿਬ ਦੀ ਜੀਵਨੀ ਦੇ ਮੁਤਾਬਕ ਤੇ ਫਿਰ ਥੋੜਾ ਜਿਹਾ ਜਿੱਦਾਂ ਅਸਲੀ ਕੰਮ ਜਿਹੜਾ ਕਰਤਾਰਪੁਰ ਵਾਲਾ ਆ ਉਹ ਸੰਨਿਆਸ ਵਾਲੇ ਤੋਂ ਬਿਲਕੁਲ ਨਹੀਂ ਹੋ ਗਿਆ। ਗੁਰਮੁਖ ਬੁੱਢਾ ਕਦੇ ਨਹੀਂ, ਇਸੇ ਕਰਕੇ ਗੁਰਬਾਣੀ ਵਿੱਚ ਕਿਹਾ ਨਾ, ਗੁਰਮੁਖ ਕਦੇ ਬੁੱਢਾ ਨਹੀਂ ਹੁੰਦਾ। ਤੁਸੀਂ ਦੇਖੋ 8ਵੇਂ ਪਾਤਸ਼ਾਹ ਸਿਰਫ 8 ਸਾਲ ਦੀ ਉਮਰ ਹੈ ਉਹਨਾਂ ਦੀ ਜਦ ਗੁਰਗੱਦੀ ਉਹਨਾਂ ਨੂੰ ਮਿਲਦੀ ਹੈ ਨਾ, ਤੇ ਗੁਰੂ ਅਮਰਦਾਸ ਪਾਤਸ਼ਾਹ ਆਪਣਾ ਮਤਲਬ ਆਖਰੀ ਏਜ ਆ ਕੇ ਗੁਰੂ ਬਣਦੇ ਆ। ਸੋ ਇਸ ਕਰਕੇ ਸਿੱਖ ਦੇ ਲਈ ਕੋਈ ਇਹ ਵੰਡ ਨਹੀਂ ਹੈ ਇਸ ਕਿਸਮ ਦੀ। ਗੁਰਮੁਖ ਬੁੱਢਾ ਕਦੇ ਨਾ ਹੀ ਵਾਲੇ ਅਸੂਲ ਤੇ ਚੱਲਦੇ, ਤੇ ਆਖਰੀ ਉਮਰ ਜਾ ਕੇ ਗੁਰੂ ਨਾਨਕ ਸਾਹਿਬ ਖੇਤੀ ਕਰਦੇ ਆ, ਕਿਰਤ ਕਰਨੀ ਸਿਖਾਉਂਦੇ ਆ, ਤੇ ਵੰਡ ਕੇ ਛਕਣਾ ਕਿਵੇਂ ਰਹਿਣਾ, ਹੈ ਨਾ, ਨਾਮ ਕਿਵੇਂ ਜਪਣਾ, ਤੇ ਉਹ ਸਾਰਾ ਹੈਗਾ ਇਹ ਜਿਹੜਾ ਮਤਲਬ। ਸੋ ਦਰਸ਼ਕੋ, ਕਿੱਦਾਂ ਦਾ ਲੱਗਿਆ ਸਾਡਾ ਅੱਜ ਦਾ ਇਹ ਪ੍ਰੋਗਰਾਮ, ਤੇ ਅਸੀਂ ਲਗਾਤਾਰ ਇਸੇ ਵਿਸ਼ੇ ਨੂੰ ਅੱਗੇ ਤੋਰਦੇ ਰਵਾਂਗੇ। ਹਰ ਬੁੱਧਵਾਰ ਇਹ ਸੈਗਮੈਂਟ ਸਾਡੀ ਹੁੰਦੀ ਆ, ਉਹਨੂੰ ਅਸੀਂ ਰਿਪੀਟ ਵੀ ਕਰਦੇ ਆ। ਔਰ ਤੁਸੀਂ ਸਾਨੂੰ ਆਪਣੇ ਜਿਹੜੇ ਸਕਰੀਨ ਤੇ ਚੱਲ ਰਹੇ ਨੰਬਰ ਆ ਇਹਨਾਂ ਦੇ ਰਾਹੀਂ ਇਨਪੁਟ ਦੇ ਸਕਦੇ ਹੋ, ਤੇ ਤੁਸੀਂ ਸਾਡਾ ਜਿਹੜਾ ਐਪ ਹੈ ਟੀਵੀ ਪੰਜਾਬੀ ਦੁਨੀਆ ਉਹਨੂੰ ਵੀ ਡਾਊਨਲੋਡ ਕਰ ਸਕਦੇ ਹੋ। ਆਪਣੇ ਮੋਬਾਈਲ ਤੇ ਤੁਸੀਂ ਰੇਡੀਓ ਦੀ ਤਰ੍ਹਾਂ ਸੁਣ ਵੀ ਸਕਦੇ ਹੋ ਔਰ ਟੀਵੀ ਦੀ ਤਰ੍ਹਾਂ ਉਹਨੂੰ ਵੇਖ ਵੀ ਸਕਦੇ ਹੋ। YouTube ਦੇ ਉੱਤੇ ਸਾਡਾ ਚੈਨਲ ਹੈ ਟੀਵੀ ਪੰਜਾਬੀ ਦੁਨੀਆ, ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਜੇ ਸਾਡੇ ਪ੍ਰੋਗਰਾਮ ਚੰਗੇ ਲੱਗਦੇ ਹੋਣ ਤਾਂ ਤੁਸੀਂ ਉਹਨੂੰ ਲਾਈਕ ਵੀ ਜ਼ਰੂਰ ਕਰ ਲੈਣਾ, ਤੇ ਨੋਟੀਫਿਕੇਸ਼ਨ ਵਾਲਾ ਬਟਨ ਵੀ ਦਬਾ ਦੇਣਾ, ਤਾਂ ਕਿ ਜਿਹੜੇ ਨਵੇਂ ਪ੍ਰੋਗਰਾਮ ਅਸੀਂ ਉਹਦੇ ਉੱਤੇ ਅਪਲੋਡ ਕਰਦੇ ਹਾਂ ਤੁਹਾਡੇ ਤੱਕ ਉਹ ਪਹੁੰਚ ਸਕਣ।
ਤੇ ਤੁਹਾਡੀ ਫੀਡਬੈਕ ਸਾਡੇ ਤੱਕ ਮਿਲੇ ਤੇ ਅਸੀਂ ਪ੍ਰੋਗਰਾਮਾਂ ਨੂੰ ਹੋਰ ਚੰਗੀ ਤਰੀਕੇ ਨਾਲ ਜਿਹੜੇ ਬਣਾ ਸਕੀਏ। ਸੋ ਅੱਜ ਅਸੀਂ ਸ਼ੁਰੂਆਤੀ ਗੱਲ ਕੀਤੀ ਆ ਧਰਮ ਦਾ ਸਾਡੇ ਸਮਾਜ ਤੇ ਕਿੰਨਾ ਅਸਰ ਹੈ, ਔਰ ਸਿੱਖ ਧਰਮ ਦੀ ਗੱਲ, ਕਿਉਂਕਿ ਸਿੱਖ ਸਕਾਲਰ ਸਾਡੇ ਨਾਲ ਸੀ। ਅਸੀਂ ਕੋਸ਼ਿਸ਼ ਕਰਾਂਗੇ ਕਿ ਬਾਕੀ ਧਰਮਾਂ ਦੀ ਵੀ ਨਾਲ ਗੱਲ ਕਰੀਏ ਜਿੰਨੀ ਕਿ ਸਾਨੂੰ ਸਮਝ ਹੈ, ਤੇ ਲੋੜ ਪਊਗੀ ਤਾਂ ਅਸੀਂ ਉਹਨਾਂ ਦੇ ਸਹਾਇਤਾ ਵੀ ਲਵਾਂਗੇ ਜਿਹੜੇ ਐਕਸਪਰਟ ਹੋਣਗੇ ਵੱਖ-ਵੱਖ ਧਰਮਾਂ ਦੇ, ਉਹ ਧਰਮ ਨੂੰ ਵਿਆਖਿਆ ਕਿੱਦਾਂ ਕਰਦੇ ਨੇ। ਡਾਕਟਰ ਨਾਜ਼ਰ ਹੀ ਹੈਗੇ ਨੇ ਡਾਕਟਰ ਸਾਹਿਬ, ਉਹ ਕ੍ਰਿਸਚੈਨਿਟੀ ਬਾਰੇ ਉਹ ਚੰਗਾ ਦੱਸ ਸਕਦੇ। ਵੈਸੇ ਉਹਨਾਂ ਦੀ ਸਟੱਡੀ ਕੰਪੈਰੀਟਿਵ ਰਿਲੀਜਨ ਹੈਗੀ ਆ, ਔਰ ਹੋਰ ਵੀ ਕੋਈ ਸੱਜਣ ਜਿਹੜੇ ਹਿੰਦੂ ਧਰਮ ਦੀ ਫਿਲਾਸਫੀ ਨੂੰ ਨੇੜਿਓਂ ਜਾਣਦੇ ਆ, ਅਸੀਂ ਉਹਨਾਂ ਦੀਆਂ ਵੀ ਸਹਾਇਤਾ ਲਵਾਂਗੇ, ਔਰ ਵਿਆਖਿਆ ਜਿਹੜੀ ਧਰਮ ਦੀ ਆ ਉਹ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ। ਧਰਮ ਚਾਹੀਦਾ ਕਿਉਂ ਆ, ਕਿਉਂ ਨਹੀਂ ਚਾਹੀਦਾ, ਅੱਜ ਦੇ ਯੁੱਗ 'ਚ ਬੜੇ ਸਵਾਲ ਨੇ। ਤਰਕਸ਼ੀਲਤਾ ਦਾ ਸਵਾਲ ਹੈ, ਸਾਇੰਟੀਫਿਕ ਸੋਚ ਦਾ ਸਵਾਲ ਹੈ। ਡਾਕਟਰ ਡੀਪੀ ਸਿੰਘ ਜੀ ਹੈਗੇ ਨੇ ਜੀ, ਬਹੁਤ ਅੱਛੇ, ਉਹ ਸਾਇੰਸ ਨੂੰ ਧਰਮ ਨਾਲ ਜੋੜ ਕੇ ਗੱਲ ਦੱਸਦੇ, ਔਰ ਅਸੀਂ ਲਗਾਤਾਰ ਅਸੀਂ ਜਿਹੜੇ ਆ ਇਹ ਪ੍ਰੋਗਰਾਮ ਤੁਹਾਡੇ ਤੱਕ ਹਰ ਬੁੱਧਵਾਰ ਜਿਹੜਾ ਉਹ ਲੈ ਕੇ ਆਇਆ ਕਰਾਂਗੇ। ਅੱਜ ਅਸੀਂ ਸਾਡਾ ਪਹਿਲਾ ਪ੍ਰੋਗਰਾਮ ਸੀ ਅੱਜ ਇਹ ਧਰਮ ਤੇ ਸਮਾਜ, ਤੇ ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਿਆ ਸਾਨੂੰ ਫੀਡਬੈਕ ਦੇਣੀ। ਬਹੁਤ ਬਹੁਤ ਤੁਹਾਡਾ ਧੰਨਵਾਦ, ਤੇ ਡਾਕਟਰ ਸਾਹਿਬ ਤੁਹਾਡਾ ਵੀ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢ ਕੇ ਸਾਨੂੰ ਬਹੁਤ ਵਧੀਆ ਗੱਲਾਂ ਦੱਸੀਆਂ, ਜਿਹੜੀਆਂ ਚੀਜ਼ਾਂ ਆਮ ਸਾਡੀ ਸਮਝ ਤੋਂ ਪਰੇ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।